ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪ੍ਰੋਫੈਸਰ ਜਗਮੋਹਨ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਸਿੰਘ ਜੀ। ਜੀ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਦੌਰਾਨ ਪ੍ਰੋਫੈਸਰ ਸਾਹਿਬ ਐਡਵੋਕੇਟ ਵੀ ਨੇ ਤੇ ਕਾਨੂੰਨੀ ਜਿਹੜੇ ਪੱਖ ਹੋਣਗੇ ਉਹਦੇ ਉੱਤੇ ਵੀ ਡੂੰਘਾਈ ਦੇ ਨਾਲ ਚਰਚਾ ਹੋਏਗੀ। ਸਵਾਲ ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਇਹ ਆ ਕਿ ਅੱਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਰਮਨੀ ਦੇ ਦੌਰੇ ਤੇ ਜਾ ਰਹੇ ਨੇ। ਉੱਥੇ ਦੌਰੇ ਦੇ ਦੌਰਾਨ MOU ਸਾਈਨ ਕਰਨੇ ਨੇ। ਪੰਜਾਬ ਦੀ ਆਰਥਿਕਤਾ ਨੂੰ ਕਹਿੰਦੇ ਲੀਹ ਤੇ ਲਿਆਉਣ ਦੇ ਲਈ ਅਸੀਂ ਕੋਈ ਵੱਡੇ ਪ੍ਰੋਜੈਕਟ ਵੀ ਲੈ ਕੇ ਆਵਾਂਗੇ। ਹੋਰ ਵੀ ਗੱਲਾਂ ਬਾਤਾਂ ਉੱਥੇ ਹੋਣਗੀਆਂ। ਸਵਾਲ ਹੁਣ ਇਹ ਵੀ ਉੱਠ ਰਿਹਾ ਪਿਛਲੇ ਪਾਸੇ ਕਿ ਰਾਘਵ ਚੱਡਾ ਦੀ ਸਰਕਾਰ 'ਚ ਕੀ ਭੂਮਿਕਾ ਹੋਏਗੀ, ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਹਫ਼ਤੇ ਦੇ ਦੌਰੇ ਦੇ ਦੌਰਾਨ ਪੰਜਾਬ ਦੇ ਵਿੱਚ ਉਹ ਅਹਿਮ ਫੈਸਲੇ ਕੌਣ ਲਏਗਾ ਜਿਹੜੇ ਇੱਕ ਮੁੱਖ ਮੰਤਰੀ ਦੀ ਹੈਸੀਅਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਲੈਂਦੇ ਨੇ। ਰਾਘਵ ਚੱਡਾ ਦੀ ਸਥਿਤੀ ਬਾਰੇ ਲਗਾਤਾਰ ਸਵਾਲ ਉੱਠਦੇ ਨੇ। ਉਹਦੇ ਉੱਤੇ ਵੀ ਗੱਲਬਾਤ ਹੋਏਗੀ ਕਿ ਇੱਕ ਹਫ਼ਤਾ ਜੇ ਪੰਜਾਬ ਰਾਘਵ ਚੱਡਾ ਦੇ ਹੱਥਾਂ 'ਚ ਜਾਂਦਾ ਜਾਂ ਜਿਹਦੇ ਵੀ ਹੱਥਾਂ ਵਿੱਚ ਜਾਂਦਾ, ਉਹ ਸਪਸ਼ਟ ਕੀਤਾ ਜਾਵੇ, ਲੋਕਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਪੰਜਾਬ ਦਾ ਵਾਲੀ ਵਾਰਸ ਹੁਣ ਕੌਣ ਆ। ਦੇਖੋ ਸੁਖਵਿੰਦਰ ਸਿੰਘ ਜੀ, ਗੱਲ ਇਹ ਹੈਗੀ ਆ ਕਿ ਪੰਜਾਬ ਦੇ ਲੋਕਾਂ ਨੂੰ, ਬੁੱਧੀਜੀਵੀਆਂ ਨੂੰ, ਗਿਆਨਵਾਨ ਲੋਕਾਂ ਨੂੰ ਤੇ ਜਿਹੜੇ ਥੋੜੇ ਜਿਹੇ ਸੰਜੀਦਾ ਨੇ ਰਾਜਨੀਤੀ ਵਿੱਚ, ਉਹਨਾਂ ਸਾਰੇ ਲੋਕਾਂ ਨੂੰ ਪਤਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉਹ ਬੇਸਿਕਲੀ ਦਿੱਲੀ ਤੋਂ ਚੱਲਦੀ ਆ। ਓਬਲੀਕ ਮੈਨਰ ਨਾਲ, ਅਸਿੱਧੇ ਢੰਗ ਦੇ ਨਾਲ ਭਾਵੇਂ ਕੁਝ ਕਹਿ ਲਿਆ ਜਾਵੇ, ਜਿਹੜੇ ਸਾਰੇ ਮਹੱਤਵਪੂਰਨ ਆਰਥਿਕ ਫੈਸਲੇ ਨੇ, ਉਦਯੋਗ ਦੇ ਫੈਸਲੇ ਨੇ, ਖੇਤੀਬਾੜੀ ਨਾਲ ਸੰਬੰਧਿਤ ਫੈਸਲੇ ਨੇ, ਜਾਂ ਹੋਰ ਵੀ ਜਿਹੜੇ ਇੰਪੋਰਟੈਂਟ ਮਾਈਨਿੰਗ ਨਾਲ ਕਨੈਕਟਡ ਫੈਸਲੇ ਨੇ, ਇਹ ਸਾਰੇ ਫੈਸਲੇ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਲੈਂਦੇ ਆ ਤੇ ਉਹ ਕਨਵੇ ਥਰੂ ਰਾਘਵ ਚੱਡਾ ਜੀ ਪੰਜਾਬ ਦੇ ਵਿੱਚ ਹੁੰਦੇ ਆ। ਤੋ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ, ਇਹ ਇੱਕ ਕੰਪਲਾਇੰਸ ਅਥਾਰਟੀ ਦੇ ਤੌਰ ਦੇ ਉੱਤੇ ਕੰਮ ਕਰਦੀ ਆ। ਕੋਈ ਅਜਿਹਾ ਫੈਸਲਾ ਇਹ ਲੈਣ ਦੇ ਸਮਰੱਥ ਨਹੀਂ ਹੈਗੇ। ਇਸ ਕਰਕੇ ਜਿਹੜਾ ਹੈਗਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਫੈਸਲੇ ਕੇਜਰੀਵਾਲ ਜੀ ਲੈਂਦੇ ਆ ਉਹ ਕੋਈ ਮੀਨਿੰਗਫੁਲ ਨਹੀਂ ਹੋਣਗੇ, ਕੋਈ ਯੂਜ਼ਫੁਲ ਨਹੀਂ ਹੋਣਗੇ, ਪਰ ਉਹ ਲਏ ਉਹਨਾਂ ਦੁਆਰਾ ਜਾਣਗੇ। ਹੋ ਸਕਦਾ ਉਹ ਫੈਸਲੇ ਬਹੁਤ ਮਹੱਤਵਪੂਰਨ ਹੋਣ, ਫਾਰਸਾਈਟਡ ਹੋਣ, ਦੂਰ ਅੰਦੇਸ਼ੀ ਵਾਲੇ ਹੋਣ, ਪੰਜਾਬ ਦੇ ਜਿਹੜੇ ਹੈਗੇ ਆ ਪੱਖ ਦੇ ਵਿੱਚ, ਵਿਕਾਸ ਦੇ ਵਿੱਚ ਕੰਮ ਕਰਦੇ ਹੋਣਗੇ। ਲੇਕਿਨ ਕੁਐਸਚਨ ਇਹ ਹੈਗਾ ਕਿ ਪੰਜਾਬ ਦੀ ਆਪਣੀ ਹੋਈ ਚੁਣੀ ਹੋਈ ਸਰਕਾਰ ਦੀ ਭੂਮਿਕਾ ਉਹਦੇ 'ਚ ਕਿੰਨੀ ਆ, ਤਾਂ ਉਹ ਬਹੁਤ ਹੀ ਨੈਗਲੀਜੀਬਲ ਤੇ ਮਾਰਜਨਲ ਜੇ ਕਿਸਮ ਦੀ ਭੂਮਿਕਾ ਹੋਏਗੀ। ਦਿਖਾਉਣ ਨੂੰ, ਕਹਿਣ ਨੂੰ, ਪ੍ਰਚਾਰ ਨੂੰ, ਮੀਡੀਆ ਦੇ ਵਿੱਚ ਸਾਰੇ ਫੈਸਲੇ ਪੰਜਾਬ ਸਰਕਾਰ ਦੇ ਹੋਣਗੇ, ਲੇਕਿਨ ਹਿਡਨ ਮੈਨਰ ਦੇ ਨਾਲ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਇੱਕ ਸੁਪੀਰੀਅਰ ਅਥਾਰਟੀ ਹੈਗੀ ਆ ਪਾਰਟੀ ਦੀ, ਉਹਨਾਂ ਦੇ ਦੁਆਰਾ ਹੀ ਲਏ ਜਾਣੇ ਆ। ਦਿਸ ਇਜ਼ ਅ ਕ੍ਰਿਸਟਲ ਕਲੀਅਰ। ਹਾਂਜੀ ਸੁਖਵਿੰਦਰ ਜੀ। ਜੀ ਬਿਲਕੁਲ, ਇਹ ਸਵਾਲ ਤੁਹਾਡਾ ਬਿਲਕੁਲ ਸਹੀ ਹੈ, ਪਰ ਸਵਾਲ ਮੈਂ ਫਿਰ ਉਸੇ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਾਰਨ ਇਹ ਹੈ ਕਿਉਂਕਿ ਲੋਕਾਂ ਦੇ ਸਵਾਲ ਲਗਾਤਾਰ ਉੱਠਦੇ ਨੇ ਕਿ ਰਾਘਵ ਚੱਡਾ ਹੋਰਾਂ ਦੀ ਭੂਮਿਕਾ ਤੁਸੀਂ ਉੱਥੋਂ ਕੀ ਲੈ ਕੇ ਆਓਗੇ ਜਰਮਨੀ ਤੋਂ, ਕੀ ਉਹਦੇ ਨਾਲ ਵਾਕਈ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ? ਉਹਦਾ ਉੱਤਰ ਮੈਂ ਤੁਹਾਨੂੰ ਇਹ ਦਿੰਦਾ ਕਿ ਪਹਿਲਾਂ ਇੱਕ MOU ਜਿਹੜਾ ਸੀ ਦਿੱਲੀ ਸਰਕਾਰ ਦੇ ਨਾਲ ਸ਼ੇਅਰ ਹੋਇਆ ਸੀ, ਤੁਸੀਂ ਵੀ ਉਸ ਨੂੰ ਜਾਣਦੇ ਹੋਵੋਗੇ, ਤੁਹਾਡੇ ਜ਼ਿਹਨ 'ਚ ਹੋਏਗਾ, ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੀ ਸੀ, ਜਿਹਨੂੰ ਨੌਲੇਜ ਸ਼ੇਅਰਿੰਗ ਕਹਿੰਦੇ ਸੀ। ਉਹ ਨੌਲੇਜ ਸ਼ੇਅਰਿੰਗ ਵਾਲੇ ਦਾ ਕਿਆ ਬਣਿਆ, ਕਿੰਨੀ ਕੁ ਨੌਲੇਜ ਸ਼ੇਅਰਿੰਗ ਹੋਈ ਆ, ਕਿੰਨੀ ਕੁ ਫਰੂਟਫੁਲ ਹੋਈ ਆ, ਉਹ ਸਾਨੂੰ ਸਾਰਿਆਂ ਨੂੰ ਪਤਾ। ਇਹ MOU ਇਸ ਤਰ੍ਹਾਂ ਦੇ ਬਹੁਤ ਸਾਰੇ ਇੰਟਰ ਸਟੇਟ ਜਾਂ ਜਿਹੜਾ ਹੈਗਾ ਨੈਸ਼ਨਲ ਲੈਵਲ ਦੇ ਉੱਤੇ ਹੁੰਦੇ ਆ। ਲੇਕਿਨ ਕੁਐਸਚਨ ਇਸ ਤੋਂ ਪਹਿਲਾਂ ਇਹ ਹੈ ਕਿ ਜਰਮਨ ਦੇ ਵਿੱਚ ਜਾ ਕੇ ਅਸੀਂ ਉੱਥੋਂ ਜੋ ਕੁਝ ਦੇਖ ਰਹੇ ਹਾਂ, ਸਿੱਖ ਰਹੇ ਹਾਂ, ਜਾਂ ਕੋਈ MOU ਸਾਈਨ ਕਰਨ ਦੇ ਮਨੋਰਥ ਦੇ ਨਾਲ ਗਏ ਆ, ਸਾਡੇ ਆਪਣੇ ਪੰਜਾਬ ਦੀ ਜਿਹੜੀ ਭੂਮੀ ਆ, ਪੰਜਾਬ ਦੀ ਜਿਹੜੀ ਧਰਤੀ ਆ, ਉਹ ਉਸ ਦੇ ਲਈ ਕਿੰਨੀ ਤਿਆਰ ਆ। ਹੁਣ ਕੋਈ ਜਰਮਨ ਤੋਂ ਫਰਮ ਆਉਣਗੇ, ਐਂਟਰਪ੍ਰਾਈਜ਼ ਆਉਣਗੇ, ਉਦਯੋਗ ਆਉਣਗੇ, ਮੰਨ ਲਓ ਕਿ ਤਾਂ ਪੰਜਾਬ ਦੀ ਜਿਹੜੀ ਲੈਂਡ ਆ ਉਹ ਕੰਡਿਊਸਿਵ ਹੈਗੀ ਆ। ਪੰਜਾਬ ਬਾਰਡਰ ਸਟੇਟ, ਇੱਥੇ ਕੋਈ ਹੈਵੀ ਇੰਡਸਟਰੀ ਦਾ ਕੋਈ MOU ਆ ਹੀ ਨਹੀਂ ਸਕਦਾ ਜੇ ਇਹ ਇੰਨੀਆਂ ਸਰਕਾਰਾਂ ਨਹੀਂ ਲੈ ਕੇ ਆ ਸਕੇ, ਇਹਨਾਂ ਤੋਂ ਵੀ ਨਹੀਂ ਲਿਆਂਦਾ ਜਾਣਾ। ਤੇ ਦੂਸਰੀ ਗੱਲ, ਜਿਹੜੀ ਮੀਡੀਅਮ ਸਕੇਲ ਇੰਡਸਟਰੀ ਜਿਹੜੀ ਹੈਗੀ ਆ, ਉਹ ਜਾਂ ਸਮਾਲ ਸਕੇਲ ਇੰਡਸਟਰੀ ਜਿਹੜੀ ਹੈਗੀ ਆ, ਜੇ ਉਸ ਨੂੰ ਅਸੀਂ ਪ੍ਰੀਜ਼ਰਵ ਕਰ ਲਈਏ, ਜਿਹੜੀ ਸਾਡੀ ਆਪਣੀ ਵੀ ਆ ਉਹ ਵੀ ਖੁਰ ਰਹੀ ਆ। ਤੇ ਬੱਦੀ ਦੇ ਵਿੱਚ 70% ਇੰਡਸਟਰੀ ਸਾਡੀ ਸ਼ਿਫਟ ਹੋ ਗਿਆ ਲੁਧਿਆਣੇ ਦੇ ਵਿੱਚੋਂ ਤੇ ਗੋਬਿੰਦਗੜ੍ਹ ਦੇ ਵਿੱਚੋਂ, ਅਸੀਂ ਉਹਨਾਂ ਨੂੰ ਤਾਂ ਵਾਪਸ ਨਹੀਂ ਲਿਆ ਸਕੇ। ਪੰਜਾਬ ਦੀ ਲੈਂਡ ਮਹਿੰਗੀ ਆ, ਪੰਜਾਬ ਦੀ ਇਲੈਕਟ੍ਰੀਸਿਟੀ ਮਹਿੰਗੀ ਆ, ਪੰਜਾਬ ਦੇ ਵਿੱਚ ਬਾਰਡਰ ਸਟੇਟ ਹੋਣ ਕਾਰਨ ਕੋਈ ਹੋਰ ਹਿੰਦੁਸਤਾਨ ਦੀ ਸਟੇਟ ਜਾਂ ਜਿਹੜੇ ਹਿੰਦੁਸਤਾਨ ਦੇ ਕੈਪੀਟਲਿਸਟ ਨੇ ਉਹ ਵੀ ਬਹੁਤੇ ਖੁੱਲ੍ਹ ਦਿਲੀ ਦੇ ਨਾਲ ਆਪਣਾ ਜਿਹੜੀ ਇਨਵੈਸਟਮੈਂਟ ਕਰਨ ਦੇ ਲਈ ਤਿਆਰ ਨਹੀਂ ਹੈਗੇ। ਇਸ ਕਰਕੇ ਜਿਹੜੀ ਹੈਗੀ ਆ, ਕੋਈ ਜਰਮਨ ਵਰਗੀ ਫਰਮ ਆ ਕੇ ਇੱਥੇ ਪੈਸਾ ਕਮਾ ਕੇ ਦੇਖੋ, ਜਦੋਂ ਕੋਈ ਮਲਟੀਨੈਸ਼ਨਲ ਆਏਗੀ, ਉਹਦਾ ਮਨੋਰਥ ਜਿਹੜਾ ਹੈਗਾ ਪੰਜਾਬ ਨੂੰ ਵਿਕਾਸ ਕਰਨਾ ਨਹੀਂ ਹੈ, ਉਸ ਕੰਪਨੀ ਦਾ ਆਪਣਾ ਵਿਕਾਸ ਵੀ ਆ।
ਇਸ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਮੁਨਾਫਾ ਕੱਢ ਲਏਗੀ, ਜਿੱਥੇ ਇੰਨੀ ਜਿਹੜੀ ਹੈਗੀ ਆ ਹੈਵੀ ਲੈਂਡ ਕਾਸਟ ਹੈਗੀ ਆ, ਇੰਨੀ ਮਹਿੰਗੀ ਜਿਹੜੀ ਉਦਯੋਗ ਦੀ ਕਮਰਸ਼ੀਅਲ ਜਿਹੜੀ ਹੈਗੀ ਆ ਆਪਣੀ ਇਲੈਕਟ੍ਰਿਸਿਟੀ ਹੈਗੀ ਆ, ਤੋਂ ਉੱਥੇ ਸਾਡਾ ਜਿਹੜਾ ਰਿਸੋਰਸ ਹੈਗਾ ਉਹ ਵੀ ਉਨਾ ਟ੍ਰੇਨਡ ਨਹੀਂ ਹੈ। ਪੰਜਾਬ ਦਾ ਜਿਹੜਾ ਰਿਸੋਰਸ ਹੈਗਾ ਕਿ ਅਸੀਂ ਇੱਥੋਂ ਲੋਕਲ ਜਿਹੜੀ ਟੈਕਨੀਕਲ ਮੈਨ ਪਾਵਰ ਲੈ ਲਾਂਗੇ। ਇਸ ਕਰਕੇ ਜਿਹੜਾ ਹੈਗਾ ਇਹ ਇੱਕ ਹਵਾ ਹਵਾਈ ਵਾਲੀ ਗੱਲ ਆ। ਇੱਕ ਜਿਹੜਾ ਹੈਗਾ ਗ੍ਰੀਨ ਇੱਕ ਵਿਊ ਜਿਹਾ ਦਿਸਦਾ ਸਾਨੂੰ ਚੀਜ਼ਾਂ ਦਾ, ਲੇਕਿਨ ਧਰਤੀ ਦੇ ਉੱਤੇ ਜ਼ਮੀਨ ਦੇ ਉੱਤੇ ਸਾਰਾ ਕੁਛ ਉਤਰ ਆਏਗਾ। ਇਸ ਬਾਰੇ ਮੇਰੇ ਮਨ ਦੇ ਵਿੱਚ ਸ਼ੰਕਾ, ਭਾਵੇਂ ਮੈਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਹ ਸਾਰਾ ਕੁਛ ਹੋਵੇ, ਪਰ ਸਾਡੀ ਧਰਤੀ ਇਸ ਲਈ ਇਹਨਾਂ ਹਾਲਾਤਾਂ ਦੇ ਲਈ ਅਜੇ ਕੰਡਿਊਸਿਵ ਨਹੀਂ ਹੈ। ਲਾਅ ਐਂਡ ਆਰਡਰ ਸਿਚੁਏਸ਼ਨ ਨਹੀਂ ਹੈ, ਪੰਜਾਬ ਦੀ ਬਾਰਡਰ ਸਟੇਟ ਦੀ ਸਿਚੁਏਸ਼ਨ ਨਹੀਂ ਹੈ, ਜਿਹੜਾ ਸਾਡਾ ਨਸ਼ਿਆਂ ਦਾ ਹੈਗਾ ਉਹ ਕੰਡਿਊਸਿਵ ਨਹੀਂ ਹੈ, ਔਰ ਅਦਰਵਾਈਜ਼ ਜਿਹੜੀ ਪੰਜਾਬ ਦੀ ਹਾਰਮਨੀ ਆ ਉਹ ਵੀ ਅਜੇ ਸਟੇਕ ਦੇ ਉੱਤੇ ਹੈਗੀ ਆ। ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਕੋਈ ਅੰਤਰਰਾਸ਼ਟਰੀ ਜਿਹੜੀ ਕੰਪਨੀ ਹੈਗੀ ਆ ਉਹ ਆਪਣਾ ਇਨਵੈਸਟਮੈਂਟ ਕਰੇਗੀ। ਇਹ ਥੋੜ੍ਹੀ ਆ ਕਿ ਅੱਜ ਅਸੀਂ ਉਹਨਾਂ ਨੇ ਕਰੋੜਾਂ ਰੁਪਏ ਦਾ ਜਿਹੜਾ ਹੈਗਾ 500 ਕਰੋੜ ਦਾ 1000 ਕਰੋੜ ਦਾ ਨਿਵੇਸ਼ ਕਰਤਾ ਤੇ 6 ਮਹੀਨਿਆਂ ਨੂੰ ਉੱਥੋਂ ਸਾਰਾ ਸਮਾਨ ਚੱਕ ਕੇ ਉਹਨੂੰ ਕਿਸੇ ਹੋਰ ਸਟੇਟ ਦੇ ਵਿੱਚ ਜਾਣਾ ਪਵੇ। ਇਸ ਤਰ੍ਹਾਂ ਪੋਸੀਬਲ ਨਹੀਂ ਹੁੰਦਾ। ਜਦੋਂ ਵੀ ਇਹ ਕੰਪਨੀਆਂ ਆਉਂਦੀਆਂ ਨੇ ਇਹ ਬਹੁਤ ਸਾਰੀਆਂ ਚੀਜ਼ਾਂ ਦੇਖਦੀਆਂ ਨੇ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਸਾਰੇ ਪੱਖ ਨੇ ਉਹ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ, ਚਾਹੇ ਉਹ ਇੰਪਲੋਇਮੈਂਟ ਨਾਲ ਆ, ਚਾਹੇ ਟੈਕਨੀਕਲ ਮੈਨ ਪਾਵਰ ਨਾਲ ਆ, ਹਿਊਮਨ ਰਿਸੋਰਸ ਦੇ ਨਾਲ ਆ, ਇਲੈਕਟ੍ਰਿਸਿਟੀ ਦੇ ਨਾਲ ਆ, ਚਾਹੇ ਲੈਂਡ ਕਾਸਟ ਦੇ ਨਾਲ ਆ, ਜਾਂ ਹੋਰ ਜਿਹੜੇ ਐਨਓਸੀਜ਼ ਤੇ ਜਿਹੜੇ ਬਹੁਤ ਸਾਰੇ ਜਿਹੜੇ ਸੀਐਲਯੂਜ਼ ਨੇ ਉਹ ਹਜ਼ਾਰਾਂ ਕਿਸਮ ਦੇ ਹੈਗੇ ਆ ਤੇ ਇਹ ਕੰਪਨੀਆਂ ਇਹ ਭਾਰ ਨਹੀਂ ਚੱਲ ਸਕਦੀਆਂ ਹੁੰਦੀਆਂ। ਤੋਂ ਇਸ ਕਰਕੇ ਸਾਰੀ ਉਮੀਦ ਹੋਣ ਦੇ ਬਾਵਜੂਦ ਵੀ ਮੈਨੂੰ ਇਹ ਲੱਗਦਾ ਕਿ ਧਰਤੀ ਦੇ ਉੱਤੇ ਇਹ ਸਾਰੇ ਮਾਡਲ ਤੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਇੱਕ ਆਦਰਸ਼ ਬਣ ਕੇ ਹੀ ਰਹਿ ਜਾਣੇ ਆ। ਇਹਨਾਂ ਐਮਓਯੂਜ਼ ਦੇ ਵਿੱਚ ਕਾਗਜ਼ਾਂ ਵਿੱਚ ਹੀ ਰਹਿਣਗੇ, ਫਾਈਲਾਂ 'ਚ। ਸੁਖਵਿੰਦਰ ਜੀ, ਜਰਮਨੀ ਦੀ ਉਡਾਰੀ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਤੁਹਾਡੇ ਵੀ ਧਿਆਨ 'ਚ ਹੋਣਾ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਠੇਂਗਾ ਦਿਖਾਤਾ ਕਿ ਪਰਾਲੀ ਵਾਲੇ ਮਸਲੇ ਤੇ ਅਸੀਂ ਕੁਝ ਨਹੀਂ ਕਰ ਸਕਦੇ। ਮੁੱਖ ਮੰਤਰੀ ਸਾਹਿਬ ਵੀ ਇੱਕ ਵੀਡੀਓ ਨਸ਼ਰ ਕਰਕੇ ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਅਸੀਂ ਪਰਾਲੀ ਦੇ ਮਸਲੇ ਦਾ ਹੱਲ ਕਿਸਾਨਾਂ ਨੂੰ ਜਾਗਰੂਕ ਕਰਕੇ ਕੱਢਾਂਗੇ। ਡਿਊਟੀਆਂ ਵੀ ਕਹਿੰਦੇ ਲਾ ਦਿੱਤੀਆਂ ਗਈਆਂ ਨੇ ਕਈ ਅਫਸਰਾਂ ਦੀਆਂ ਕਿ ਲੋਕਾਂ ਨੂੰ ਪਰਾਲੀ ਦੇ ਪ੍ਰਤੀ ਸੁਚੇਤ ਕਰੋ, ਜਾਗਰੂਕ ਕਰੋ ਕਿ ਇਹਦੇ ਨਾਲ ਧੂੰਆਂ ਹੁੰਦਾ, ਤੁਹਾਡੇ ਵੀ ਫੇਫੜਿਆਂ ਨੂੰ ਪੈਣਾ, ਦਿੱਲੀ ਤੱਕ ਤਾਂ ਜਦੋਂ ਪਹੁੰਚਣਾ ਉਹ ਪਹੁੰਚਣਾ ਹੈ। ਪਰ ਸਵਾਲ ਇੱਥੇ ਇਹ ਹੁੰਦਾ, ਉਹ ਕਹਿੰਦੇ ਅਸੀਂ ਮਸ਼ੀਨਰੀ ਵਧੀਆ ਤੋਂ ਵਧੀਆ ਮਸ਼ੀਨਰੀ ਲਿਆ ਕੇ ਉਹਨੂੰ ਕਿਸ ਢੰਗ ਨਾਲ ਪਰਾਲੀ ਨੂੰ ਸਮੇਟਣਾ ਆ ਉਹਦੇ ਬਾਰੇ ਕਿਸਾਨਾਂ ਤੱਕ ਪਹੁੰਚ ਕਰਾਂਗੇ। ਪਰ ਦੁਚਿੱਤੀ ਕਿਸਾਨਾਂ ਦੇ ਵਿੱਚ ਆ ਕਿ ਜੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ, ਅੱਗੇ ਹੀ ਫਸਲਾਂ ਦੇ ਮਾਰੇ ਨੇ, ਲੰਪੀ ਸਕਿਨ ਦੀ ਬਿਮਾਰੀ ਦੇ ਕਰਕੇ ਕਹਿੰਦੇ 200 ਕਰੋੜ ਤੋਂ ਉੱਤੇ ਜਿਹੜੇ ਅੰਕੜੇ ਦੱਸੇ ਜਾ ਰਹੇ ਨੇ ਕਿ ਇੰਨਾ ਕੁ ਨੁਕਸਾਨ ਹੋ ਗਿਆ, ਹਜ਼ਾਰਾਂ ਗਊਆਂ ਜਿਹੜੀਆਂ ਪੰਜਾਬ ਦੀਆਂ ਮਰ ਗਈਆਂ। ਤੇ ਉਹਦੇ ਨਾਲ ਵੀ ਸਰਕਾਰ ਤੇ ਇਹੀ ਸਵਾਲ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਪਰਾਲੀ ਵਾਲੇ ਮਸਲੇ ਨੂੰ ਸੁਲਝਾਓਗੇ। ਮੈਂ ਚਾਹਾਂਗਾ ਕਿ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਾਨੂੰਨੀ ਪੱਖ ਦੀ ਵੀ ਗੱਲ ਕਰੋ, ਜਿਹੜਾ ਇਹ ਵਾਰ-ਵਾਰ ਇਹ ਮਸਲਾ ਜਾ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚਣ ਦੀ ਗੱਲ ਹੋ ਜਾਂਦੀ ਹੈ। ਦੇਖੋ ਸੁਖਵਿੰਦਰ ਜੀ, ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ 2022 ਦੀਆਂ ਚੋਣਾਂ ਸੀਗੀਆਂ, ਉਸ ਸਮੇਂ ਆਪ ਸਰਕਾਰ ਨੇ ਲੋਕਾਂ ਨੂੰ ਇਹ ਨਹੀਂ ਕਿਹਾ ਕਿ ਅਸੀਂ ਆਪਣੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਕੇਂਦਰ ਸਰਕਾਰ ਤੋਂ ਫਾਈਨੈਂਸਿਸ ਜਿਹੜੇ ਨੇ ਉਹਨਾਂ ਦੀ ਮੰਗ ਕਰਾਂਗੇ, ਫੰਡਾਂ ਦੀ ਮੰਗ ਕਰਾਂਗੇ, ਫਿਰ ਤੁਹਾਡਾ ਜਿਹੜਾ ਹੈਗਾ ਕੋਈ ਉਧਾਰ ਕਰਾਂਗੇ। ਉਦੋਂ ਤਾਂ ਇਹ ਗੱਲ ਕਹਿੰਦੇ ਸੀ ਸਾਡੇ ਕੋਲ ਸਾਰੇ ਮਾਡਲ ਹੈਗੇ ਆ, ਅਸੀਂ ਸਾਰੀ ਅਸੈਸਮੈਂਟ ਕਰ ਲਈ ਹੈ, ਸਾਨੂੰ ਸਾਰਾ ਗਿਆਨ ਹੈਗਾ, ਅਸੀਂ ਹਰ ਤਰ੍ਹਾਂ ਦੀ ਪਹੁੰਚ ਜਿਹੜੀ ਆ ਬਰੀਕੀ ਦੇ ਨਾਲ ਹਰ ਚੀਜ਼ ਨੂੰ ਜਾਣ ਲਿਆ, ਪਛਾਣ ਲਿਆ, ਛਾਣ ਲਿਆ। ਤੇ ਹੁਣ ਜਦੋਂ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਮਸਲਾ ਫਾਈਨੈਂਸਿਸ ਦਾ ਆਉਂਦਾ ਤਾਂ ਫਿਰ ਸੈਂਟਰ ਵੱਲ ਝਾਕਣ ਲੱਗ ਜਾਂਦੇ ਆ। ਤੋਂ ਸੈਂਟਰ ਇਹ ਗੱਲ ਕਹਿ ਰਿਹਾ ਕਿ ਲੋਕਾਂ ਦੇ ਨਾਲ ਧੋਖਾ ਹੋਇਆ, ਬ੍ਰੀਚ ਆਫ ਟਰਸਟ ਹੋਇਆ। ਇਹ ਲੋਕਾਂ ਨੂੰ ਉਦੋਂ ਕਹਿੰਦੇ ਕਿ ਅਸੀਂ ਬੀਜੇਪੀ ਦੀ ਸਰਕਾਰ ਦੇ ਕੋਲ ਜਾਵਾਂਗੇ ਪੈਸੇ ਲੈਣ ਦੇ ਲਈ, ਪਰ ਫਿਰ ਅਸੀਂ ਇਹ ਗੱਲ ਕਹਿੰਦੇ ਆ ਕੇਂਦਰ ਦੀ ਸਰਕਾਰ ਆ, ਚਲੋ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਕੋਈ ਦਾਇਤਵ ਹੈਗਾ। ਉਹਨਾਂ ਨੇ ਕੋਈ ਵੀ ਡੈਮੋਕ੍ਰੈਟਿਕ ਸਰਕਾਰ ਚੁਣ ਲਈ, ਥੋੜੇ ਜਿਹੇ ਉਹਨਾਂ ਦੇ ਫਰਜ਼ ਫਿਰ ਵੀ ਸਟੈਂਡ ਕਰਦੇ ਆ। ਪਰ ਮੈਂ ਇਹ ਗੱਲ ਕਹਿ ਰਿਹਾ ਕਿ ਇਹ ਪ੍ਰੋਜੈਕਟ ਤਾਂ ਪਿਛਲੇ 10-12 ਸਾਲਾਂ ਦਾ, 15 ਸਾਲਾਂ ਦਾ ਰਾਦਰ, ਮੈਂ ਤਾਂ ਕਹਿੰਦਾ 2007 ਤੋਂ ਕਿ 2002 ਤੋਂ ਚੱਲਿਆ ਆ ਰਿਹਾ ਪਰਾਲੀ ਵਾਲਾ ਇਸ਼ੂ। ਪਰਾਲੀ ਵਾਲੇ ਇਸ਼ੂ ਨੂੰ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਬਾਤਾਂ ਦੇ ਨਾਲ ਇੱਧਰੋਂ ਉੱਧਰੋਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਹੱਲ ਹੋਣਾ ਨਹੀਂ। ਕਿਉਂਕਿ ਜਿਹੜਾ ਸਾਡਾ ਕਿਸਾਨ ਆ ਉਹਦੇ ਕੋਲੇ ਬਹੁਤ ਘੱਟ ਸਮਾਂ ਹੁੰਦਾ ਅਗਲੀ ਫਸਲ ਦੇ ਲਈ, ਤੇ ਉਹਨਾਂ ਨੇ ਇਮੀਡੀਏਟ ਆਪਣੀ ਜ਼ਮੀਨ ਨੂੰ ਜਿਹੜਾ ਤਿਆਰ ਕਰਕੇ ਅਗਲੀ ਫਸਲ ਬੀਜਣੀ ਹੁੰਦੀ ਹੈ। ਮਸਾਂ ਉਹਦੇ ਕੋਲੇ ਹਫ਼ਤੇ 10 ਦਿਨ ਦਾ ਸਮਾਂ ਹੁੰਦਾ। ਇੰਨੇ ਹਫ਼ਤੇ 10 ਦਿਨ ਦੇ ਸਮੇਂ ਦੇ ਵਿੱਚ ਤਾਂ ਅਸੀਂ ਕੋਈ ਜਿਹੜਾ ਐਗਰੀਕਲਚਰ ਅਪਲਾਇੰਸ ਹੈਗਾ ਉਸ ਨੂੰ ਇਸਤੇਮਾਲ ਕਰਕੇ ਹੀ ਜਿਹੜਾ ਹੈਗਾ ਇਹ ਆਪਣੇ ਖੇਤ ਜਿਹੜੇ ਨੇ ਉਹਨੂੰ ਤਿਆਰ, ਫਾਰਮਸ ਨੂੰ ਤਿਆਰ ਕਰ ਸਕਦੇ ਆ, ਅਦਰਵਾਈਜ਼ ਤਿਆਰ ਹੋ ਨਹੀਂ ਸਕਦਾ। ਹੁਣ ਜਿੱਥੋਂ ਤੱਕ ਹੈਗਾ ਐਗਰੀਕਲਚਰ ਅਪਲਾਇੰਸ ਦਾ, ਐਗਰੀਕਲਚਰ ਅਪਲਾਇੰਸ ਉਹ ਇੰਨਾ ਕਾਸਟਲੀ ਹੈ ਕਿ ਸਾਡਾ ਜ਼ਿਮੀਂਦਾਰ ਛੋਟਾ ਜ਼ਿਮੀਂਦਾਰ ਹੈ, ਇਸ ਕਰਕੇ ਉਹ ਖਰੀਦ ਨਹੀਂ ਸਕਦਾ। ਫਿਰ ਇੱਕ ਕੋਸ਼ਿਸ਼ ਇਹ ਹੋਈ ਕਿ ਕੋਆਪਰੇਟਿਵ ਕਾਇੰਡ ਦਾ ਮਾਡਲ ਲੈ ਕੇ ਆਈਏ, ਵੀ ਅਸੀਂ ਕੁਝ ਕੁ ਮਸ਼ੀਨਰੀ ਲੈ ਲਈਏ ਤੇ ਉਸ 2-4 ਪਿੰਡਾਂ ਨੂੰ ਉਹ ਦੇ ਦਈਏ।
ਪਰ ਉਹਦੇ ਵਿੱਚ ਵੀ ਵਾਰੀ 92 ਨੂੰ ਆਊਗੀ ਤੇ 92 ਵਾਰੀਆਂ ਪਾਣੀ ਵਾਲੀਆਂ ਵੀ ਉਹਦੇ ਪਿੱਛੇ ਵੀ ਲੜਾਈਆਂ ਹੁੰਦੀਆਂ ਨੇ ਸਾਡੀਆਂ। ਤੇ ਹਰ ਬੰਦਾ ਇਹ ਕਹੇਗਾ ਸਭ ਤੋਂ ਪਹਿਲਾਂ ਮੇਰੀ ਜਿਹੜੀ ਸਟੱਬਲ ਹੈਗੀ ਆ ਉਹਨੂੰ ਸਾਫ਼ ਕਰ ਦਿਓ, ਮੈਂ ਜ਼ਮੀਨ ਆਪਣੀ ਤਿਆਰ ਕਰਨ ਲਾ ਅਗਲੀ ਫਸਲ ਦੇ ਲਈ। ਤੋ ਉਹ ਕੋਈ ਕੋਆਪਰੇਟਿਵ ਮਾਡਲ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤਾ ਸਸਟੇਨੇਬਲ ਨਹੀਂ ਹੈ, ਚੱਲਣਯੋਗ ਨਹੀਂ ਹੈ। ਤੋ ਇਸ ਕਰਕੇ ਜਿਹੜਾ ਹੈਗਾ ਫਿਰ ਸਬਸਿਡੀ ਇਸ਼ੂ ਆਇਆ ਵੀ ਚਲੋ ਜੇ ਕਿਸਾਨਾਂ ਨੂੰ ਇੰਨੀ ਸਬਸਿਡੀ ਦੇ ਦਈਏ ਇੱਕ ਔਜ਼ਾਰ ਦੇ ਉੱਤੇ ਤਾਂ ਸ਼ਾਇਦ ਇਹ ਗੱਲ ਹੋ ਜਾਏ। ਉਹਦੇ ਲਈ ਪੰਜਾਬ ਦੇ ਕੋਲੇ ਫਾਈਨੈਂਸਿਸ ਨਹੀਂ ਹੈ। ਜਿਹੜੀ ਹੈ ਗੱਲ এনवायरमेंट ਦੇ ਪ੍ਰਤੀ ਸੁਚੇਤਤਾ ਵਾਲੀ, ਇਹ ਤਾਂ ਅਸੀਂ ਪਿਛਲੇ 20 ਸਾਲਾਂ ਤੋਂ ਸਾਰੀਆਂ ਐਜੂਕੇਸ਼ਨ ਇੰਸਟੀਟਿਊਸ਼ਨਾਂ ਦੇ ਵਿੱਚ ਦਿੰਦੇ ਆਏ ਆ, ਯੂਨੀਵਰਸਿਟੀ 'ਚ ਦਿੰਦੇ ਆਏ ਆ, ਪੇਪਰ ਪੜ੍ਹਾਉਂਦੇ ਆਏ ਆ, ਸਾਰਾ ਕੁਝ ਕਰਦੇ ਆਏ ਆ। ਲੇਕਿਨ ਉਹ ਇੱਕ ਕਾਗਜ਼ ਦੀ ਗੱਲ ਆ, ਜਦੋਂ ਮੈਨੇ ਆਪਣੀ ਫਸਲ ਕੱਟ ਲਈ ਅਗਲੀ ਫਸਲ ਮੈਂ ਹਫ਼ਤੇ 10 ਦਿਨ 'ਚ ਲਾਉਣੀ ਆ ਤੇ ਫਿਰ ਉਹ ਸੁਚੇਤਤਾ ਜਿਹੜੀ ਹੈ ਉਹ ਦੂਰ ਤੱਕ ਕੰਮ ਨਹੀਂ ਆਉਂਦੀ, ਕਿਉਂਕਿ ਫਸਲ ਜ਼ਮੀਨ ਜਿਹੜੀ ਹੈਗੀ ਆ ਉਹ ਹਫ਼ਤਾ 10 ਦਿਨ ਤੋਂ ਸਮਾਂ ਵੱਧ ਰੱਖ ਨਹੀਂ ਸਕਦੇ, ਤਿਆਰ ਕੀਤੀ ਹੁੰਦੀ ਹੈ ਨਵੀਂ ਫਸਲ ਦੇ ਲਈ। ਇਸ ਕਰਕੇ ਉਹਨਾਂ ਕੋਲ ਸਪੇਸ ਨਹੀਂ ਹੁੰਦੀ। ਇਸ ਬਾਵਜੂਦ ਸਾਰੀ ਜਿਹੜੀ ਹੈਗੀ ਆ ਅਵੇਅਰਨੈਸ ਦੇ, ਸੁਚੇਤਤਾ ਦੇ ਚੀਜ਼ਾਂ ਜਿਹੜੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ, ਕਿਉਂਕਿ ਜਿਹੜਾ ਫਸਲੀ ਸਾਈਕਲ ਹੈਗਾ ਉਹਦੇ ਵਿੱਚ ਕਿਸਾਨ ਦੇ ਕੋਲੇ ਸਾਡੇ ਕੋਲੇ ਬਹੁਤੀ ਜਿਹੜੀ ਟਾਈਮ ਦੀ ਸਪੇਸ ਨਹੀਂ ਹੁੰਦੀ। ਇਸ ਕਰਕੇ ਜਿਹੜਾ ਹੈਗਾ ਇਹ ਫਸਿਆ। ਜਿੱਥੋਂ ਤੱਕ ਹੈਗਾ ਪੋਲਿਊਸ਼ਨ ਕੰਟਰੋਲ ਬੋਰਡ, ਚਾਹੇ ਸੈਂਟਰ ਦੇ ਆ ਚਾਹੇ ਸਟੇਟਾਂ ਦੇ, ਇਹ ਤਾਂ ਇੱਕ ਤਰੀਕੇ ਦੀਆਂ ਨਾਨ ਯੂਨਿਟਰੀ ਬਾਡੀਜ਼ ਨੇ। ਸਟੇਟ ਦੇਖੋ ਜਿੰਨੀਆਂ ਇੰਸਟੀਟਿਊਸ਼ਨ 'ਚ ਅਸੀਂ ਇਸ ਤਰ੍ਹਾਂ ਦਾ ਨਿਰਮਾਣ ਕੀਤਾ ਉਹ ਸਾਰੀਆਂ ਪੋਲੀਟੀਕਲ ਇੰਸਟੀਟਿਊਸ਼ਨ ਦੇ ਨੀਚੇ ਕੰਮ ਕਰਦੀਆਂ ਨੇ। ਚੇਅਰਮੈਨ, ਮੈਂਬਰ, ਸੈਕਟਰੀ, ਬੋਰਡ ਦੇ ਸਾਰੇ ਮੈਂਬਰ ਪੋਲੀਟੀਕਲ ਐਗਜ਼ੈਕਟਿਵ ਲਗਾਉਂਦੀ ਆ। ਉਸ ਦੇ ਨੀਚੇ ਜਿਹੜੇ ਹੈਗਾ ਸਟਾਫ ਕੰਮ ਕਰਦਾ, ਜੋ ਪੋਲੀਟੀਕਲ ਉਹਨਾਂ ਨੂੰ ਇਸ਼ਾਰਾ ਆਂਦਾ ਉਹੀ ਨੀਚੇ ਕੰਮ ਕਰੀ ਜਾਂਦਾ। ਮੈਂ ਪਿੱਛੇ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ, ਇਸ ਸਾਲ ਜਿੰਨੀਆਂ ਸਟਬਲ ਬਰਨਿੰਗ ਦੀਆਂ ਉਦਾਹਰਨਾਂ ਆਈਆਂ ਨੇ ਜਾਂ ਇੰਸੀਡੈਂਟਸ ਆਏ ਆ, ਕਿਸੇ ਇੱਕ ਇੰਸੀਡੈਂਟ ਦੇ ਉੱਤੇ ਵੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਕੋਗਨੀਜੈਂਸ ਨਹੀਂ ਲਿਆ। ਇਸ ਕਰਕੇ ਕੋਗਨੀਜੈਂਸ ਨਹੀਂ ਲਿਆ ਕਿ ਪੋਲੀਟੀਕਲੀ ਉਹਨਾਂ ਨੂੰ ਕੋਈ ਨੋਡ ਹੀ ਨਹੀਂ ਹੈ। ਜਦੋਂ ਕੋਈ ਇਸ਼ਾਰਾ ਹੀ ਨਹੀਂ ਹੋਏਗਾ ਉਹ ਕਿਆ ਕਰਨਗੇ। ਜੇ ਇਸ ਤਰ੍ਹਾਂ ਨਾਲ ਇੰਡੀਪੈਂਡੈਂਟਲੀ ਕੰਮ ਕਰ ਲੈਣਗੇ ਤਾਂ ਫਿਰ ਅੱਗੇ ਜਾ ਕੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਖਿਲਾਫ ਫਸ ਜਾਂਦੀਆਂ ਨੇ। ਜਦੋਂ ਪੋਲੀਟੀਕਲ ਵਿਲ ਆਉਂਦੀ ਆ, ਪੋਲੀਟੀਕਲ ਮੈਸੇजेस ਆਉਂਦੇ ਆ, ਫਿਰ ਉਹਨਾਂ ਨੂੰ ਕੀਤੀਆਂ ਹੋਈਆਂ ਚੀਜ਼ਾਂ ਨੂੰ ਵਾਪਸ ਲੈਣਾ ਪੈਂਦਾ, ਜਿਹੜਾ ਕਾਨੂੰਨੀ ਤੌਰ ਤੇ ਔਖਾ ਹੋ ਜਾਂਦਾ। ਹੁਣ ਇੱਕ ਮਸਲਾ ਜਿਹੜਾ ਹੋਰ ਫਸੇਗਾ ਕਿ ਜਦੋਂ ਪੋਲਿਊਸ਼ਨ ਹੋਏਗਾ, ਜਦੋਂ ਉਹਨਾਂ ਨੂੰ ਅੱਗ ਲਗਾਈ ਜਾਏਗੀ, ਉਹਦੇ ਵਿੱਚ ਕ੍ਰਿਮੀਨਲ ਪ੍ਰਾਵਧਾਨ ਵੀ ਹੈਗੇ ਆ, ਕ੍ਰਿਮੀਨਲ ਕੇਸਿਸ ਵੀ ਰਜਿਸਟਰ ਹੁੰਦੇ ਆ। ਜਿਹੜੇ ਕਿ ਇੰਸੀਡੈਂਟਸ ਰਿਪੋਰਟ ਹੋਈਆਂ ਨੇ, ਕ੍ਰਿਮੀਨਲ ਕੇਸ ਕੋਈ ਰਜਿਸਟਰ ਨਹੀਂ ਹੋਇਆ, ਕਿਸੇ ਲੌਜੀਕਲ ਐਂਡ ਤੱਕ ਨਹੀਂ ਗਿਆ ਅੱਜ ਤੱਕ, ਔਰ ਪਿਛਲੇ ਸਾਲਾਂ ਨਾਲੋਂ ਉਹ ਘਟਨਾਵਾਂ ਵੱਧ ਰਹੀਆਂ ਨੇ। ਤੋ ਇਹਦਾ ਮਤਲਬ ਕੀ ਹੋਇਆ ਕਿ ਕਿਸਾਨ ਦੇ ਕੋਲੇ ਕੋਈ ਵਾਇਬਲ ਅਲਟਰਨੇਟਿਵ ਨਹੀਂ ਹੈ। ਉਹ ਆਪਣੇ ਟ੍ਰੈਡੀਸ਼ਨਲ ਅਲਟਰਨੇਟਿਵ ਨੂੰ ਹੀ ਰਿਸੋਰਟ ਕਰਨ ਦੇ ਲਈ ਉਹਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਨੈਕਸਟ ਫਸਲ ਨੂੰ ਤਿਆਰ ਕਰਨ ਦੇ ਲਈ ਮਜਬੂਰ ਹੋ ਜਾਂਦਾ। ਉਹਨੂੰ ਅੱਗ ਲਗਾਉਣੀ ਪੈਂਦੀ ਆ, ਹਾਲਾਂਕਿ ਉਹਨੂੰ ਪਤਾ ਕਿ ਉਹਦੀ ਜ਼ਮੀਨ ਜਿਹੜੀ ਹੈਗੀ ਆ ਉਹਦੀ ਪ੍ਰੋਡਕਟਿਵਿਟੀ ਘਟਦੀ ਆ, ਉਹਦਾ ਫਰਟੀਲਾਈਜ਼ਰ ਜ਼ਿਆਦਾ ਪੈਂਦਾ। ਇਸ ਸਭ ਕੁਝ ਦੇ ਬਾਵਜੂਦ ਵੀ ਉਹ ਕੰਪੈਲਿੰਗ ਸਰਕਮਸਟੈਂਸਿਸ ਦੇ ਵਿੱਚ ਆ, ਉਹ ਹੈਲਪਲੈਸ ਆ। ਤੇ ਫਿਰ ਹੁੰਦਾ ਕੀ ਹੈਗਾ ਕਿ ਦਿੱਲੀ ਦੇ ਵਿੱਚ ਜਾ ਕੇ ਉੱਥੇ ਰੌਲਾ ਹੁਣ ਤੱਕ ਇਹ ਪੈਂਦਾ ਰਿਹਾ ਕਿ ਪੰਜਾਬ ਦਾ ਜਿਹੜਾ ਪਰਾਲੀ ਦਾ ਪੋਲਿਊਸ਼ਨ ਆ ਉਹ ਦਿੱਲੀ ਨੂੰ ਖਰਾਬ ਕਰਦਾ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਦਿੱਲੀ ਦੇ ਵਿੱਚ ਵੀ ਆਪ ਦੀ ਸਰਕਾਰ ਆ, ਪੰਜਾਬ ਦੇ ਵਿੱਚ ਵੀ ਆਪ ਦੀ ਸਰਕਾਰ ਆ। ਘਟਨਾਵਾਂ ਵੀ ਹੁਣ ਉਨੀਆਂ ਹੀ ਨੇ, ਬੇਸ਼ੱਕ 2-4% ਵੱਧ ਜਾਣ। ਵੀ ਹੁਣ ਪੰਜਾਬ ਦਾ ਪੋਲਿਊਸ਼ਨ ਦਿੱਲੀ ਦੇ ਵਿੱਚ ਜਾ ਕੇ ਪੋਲਿਊਸ਼ਨ ਕਰਦਾ ਹੈਗਾ ਕਿ ਨਹੀਂ ਕਰਦਾ ਹੈਗਾ, ਹੁਣ ਇਹ ਦੇਖਣ ਵਾਲੀ ਗੱਲ ਹੋਏਗੀ। ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੇ ਵਿੱਚ ਇਹ ਇਸ਼ੂ ਆਂਦਾ, ਜਿਹਦੇ ਵਿੱਚ 에ਅਰ ਪੋਲਿਊਸ਼ਨ ਔਰ ਵਾਟਰ ਪੋਲਿਊਸ਼ਨ ਜਾਂ এনवायरमेंटल ਡਿਗਰੇਡੇਸ਼ਨ ਜਿਹੜੀ ਹੈਗੀ ਆ, ਉਹਨਾਂ ਨੇ ਬਹੁਤ ਸਾਰੇ ਸਟ੍ਰਿਕਟਿਵ ਕੀਤੇ ਆ, ਸਟੇਟ ਸਰਕਾਰਾਂ ਨੂੰ ਵੀ ਕੀਤੇ ਆ। ਲੇਕਿਨ ਇਹਦੇ ਬਾਵਜੂਦ ਵੀ ਅਜੇ ਪੰਜਾਬ ਦੇ ਵਿੱਚ ਕੋਈ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਸਬਸਟੈਂਸ਼ੀਅਲ ਡਰਾਸਟਿਕ ਕਿਸਮ ਦਾ ਰਿਫਾਰਮ ਜਿਹੜਾ ਹੈ ਇਸ ਪੱਖ ਤੋਂ ਨਹੀਂ ਹੋਇਆ, ਜਿਹਦੇ ਨਾਲ ਜਿਹੜਾ ਪੰਜਾਬ ਦਾ ਅਰਬਨ ਸਿਟੀਜ਼ਨ ਆ ਉਸ ਨੂੰ ਵੀ ਕੋਈ ਜਿਹੜਾ ਹੈਗਾ ਸਿਹਤ ਦੇ ਪੱਖ ਤੋਂ ਕੋਈ ਉਸ ਨੂੰ ਕੋਈ ਰਿਲੀਫ ਮਿਲ ਸਕੇ, ਔਰ ਜਿਹੜਾ ਪੰਜਾਬ ਦਾ ਕਿਸਾਨ ਆ ਉਸ ਨੂੰ ਵੀ ਆਪਣੀ ਜ਼ਮੀਨ ਦੀ ਪ੍ਰੋਡਕਟਿਵਿਟੀ ਜਿਹੜੀ ਹੈਗੀ ਆ ਉਸ ਨੂੰ ਬਚਾਉਣ ਦੇ ਵਿੱਚ ਮਦਦ ਮਿਲ ਸਕੇ, ਔਰ ਉਹਦੀ ਕਾਸਟ ਆਫ ਜਿਹੜੀ ਫਾਰਮਿੰਗ ਆ ਉਹ ਵੀ ਘਟ ਸਕੇ। ਇਸ ਤਰ੍ਹਾਂ ਦਾ ਕੋਈ ਸਸਟੇਨੇਬਲ ਮਾਡਲ ਜਿਹੜਾ ਹੈਗਾ ਸਮਝ ਲਓ 2000 ਤੋਂ ਕੀ ਮੈਂ ਤਾਂ ਕਹਿੰਦਾ 1990 ਤੋਂ ਬਾਅਦ ਇਹ ਸੰਭਵ ਨਹੀਂ ਹੋ ਸਕਿਆ। ਔਰ ਇਹ ਐਗਰੀਕਲਚਰ ਮਾਹਰਾਂ ਦੇ ਲਈ ਔਰ ਸਰਕਾਰਾਂ ਦੇ ਲਈ ਔਰ ਆਮ ਲੋਕਾਂ ਦੇ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਪ੍ਰੋਫੈਸਰ ਸਾਹਿਬ ਕਿ ਚੰਗੀ ਨੀਅਤ ਦੇ ਨਾਲ ਜੇ ਕਿਤੇ ਖੇਤੀ ਨੀਤੀ ਉੱਤੇ ਕੰਮ ਕਰ ਦਿੱਤਾ ਜਾਏ, ਵਧੀਆ ਨੀਤੀ ਲਿਆ ਦਿੱਤੀ ਜਾਵੇ, ਕੱਟੜ ਇਮਾਨਦਾਰੀ ਦੀ ਸੋਚ ਰੱਖ ਕੇ, ਤਾਂ ਕਿਤੇ ਜਾ ਕੇ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੁਝ ਹੱਦ ਤੱਕ ਹੋ ਸਕਦਾ ਹੈ, ਮੰਨਿਆ ਕਹਿ ਸਕਦੇ ਹਾਂ ਇਸ ਮਸਲੇ ਤੇ। ਪਰ ਖੇਤੀ ਨੀਤੀ ਲਿਆਉਣੀ ਕਿਹਨੇ ਆ? ਸਰਕਾਰਾਂ ਨੇ, ਤੇ ਸਰਕਾਰਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਨੇ। ਕਿਸਾਨਾਂ ਦਾ ਨੁਕਸਾਨ, ਕਿਸਾਨਾਂ ਦੀਆਂ ਫਸਲਾਂ ਮਰਨੀਆਂ, ਪਸ਼ੂ ਮਰਨੇ,
ਉਹ ਸਾਰਾ ਕੁਝ ਜਿਉਂ ਦਾ ਤਿਉਂ ਚੱਲ ਰਿਹਾ, ਬਦਲਾਅ ਜਿਹੜਾ ਇਸ ਪਾਸੇ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਤੁਸੀਂ ਪ੍ਰੋਫੈਸਰ ਸਾਹਿਬ ਗੱਲ ਇਹ ਕਰਦੇ ਹੋ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੱਢਾਂਗੇ, ਸਾਡੇ ਕੋਲੇ ਆ ਰੋਡ ਮੈਪ ਹੈ, ਸਾਨੂੰ ਸਭ ਪਤਾ ਹੈ ਕਿੱਥੋਂ ਕਿੰਨਾ ਪੈਸਾ ਕਿੰਨਾ ਆਉਣਾ। ਕੇਂਦਰ ਦੇ ਸਹਿਯੋਗ ਦੀ ਗੱਲ ਹੁੰਦੀ ਹੈ ਤੇ ਕੇਂਦਰ ਤੋਂ ਹੁਣ ਜੇ ਸਹਿਯੋਗ ਮੰਗਿਆ ਜਾ ਰਿਹਾ ਤਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਮੁਲਾਕਾਤ ਮੈਨੂੰ ਚੇਤੇ ਆਉਂਦੀ ਆ। ਮੁੱਖ ਮੰਤਰੀ ਸਾਹਿਬ ਮਿਲੇ ਜਾ ਕੇ ਉੱਥੇ, ਬਾਅਦ ਦੇ ਵਿੱਚ ਜਿਹੜਾ ਬਿਆਨ ਦਿੱਤਾ ਉਹਨੂੰ ਬੜੇ ਗੌਰ ਨਾਲ ਸੁਣਨ ਵਾਲਾ ਆ। ਉਹ ਕਹਿੰਦੇ ਕਿ ਮੈਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ, ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਧੀਆਂ ਭੈਣਾਂ ਨੇ ਉਹ ਮਤਲਬ ਕਿ ਫੁਲਕਾਰੀਆਂ ਕੱਢਦੀਆਂ ਨੇ, ਹੱਥਾਂ ਦੇ ਨਾਲ ਚਾਦਰਾਂ ਬੁਣਦੀਆਂ ਜਾਂ ਜੋ ਵੀ ਕਰਦੀਆਂ ਨੇ, ਉਹ ਉਹਨਾਂ ਨੂੰ ਪੰਜਾਬ ਦਾ ਵਿਰਸਾ ਦਿਖਾਉਣਾ। ਮੈਂ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਆਓ, ਤੁਹਾਨੂੰ ਅਸੀਂ ਦਿਖਾਈਏ ਪੰਜਾਬ ਦਾ ਕਲਚਰ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਪ੍ਰਾਹੁਣਾਚਾਰੀ, ਇਹ ਚੀਜ਼ਾਂ ਦਿਖਾਈਏ। ਪਰ ਸਵਾਲ ਫਿਰ ਉਹੀ ਪੈਦਾ ਹੋ ਜਾਂਦਾ ਗੱਲ ਜਦੋਂ ਸਮੱਸਿਆਵਾਂ ਦੀ ਆਉਂਦੀ ਹੈ। ਜੇ ਤੁਸੀਂ ਕੱਲੀ ਔਰਤਾਂ ਦੀ ਗੱਲ ਕਰਨੀ ਹੈ ਤਾਂ ਔਰਤਾਂ ਦੀਆਂ ਬੜੀਆਂ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ। ਜੇ ਉਹਨਾਂ ਦੇ ਉੱਤੇ ਕੰਮ ਕਰਨਾ, ਜੇ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਤਾਂ ਉਹਨਾਂ ਨੂੰ ਉਸ ਅਸਲ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਤੋਂ ਜਾਣੂ ਕਰਵਾਓ ਕਿ ਆਹ ਦਿੱਕਤਾਂ ਔਰਤਾਂ ਨੂੰ ਆਉਂਦੀਆਂ ਨੇ, ਇਹ ਹੱਲ ਕੱਢਿਆ ਜਾਵੇ। ਦੇਖੋ ਸੁਖਵਿੰਦਰ ਸਿੰਘ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇੱਕ ਤਾਂ ਹੈ ਪ੍ਰੋਟੋਕਾਲ ਦੀ ਗੱਲ ਕਿ ਇੱਕ ਸਟੇਟ ਦਾ ਚੀਫ ਮਿਨਿਸਟਰ ਸਾਡੇ ਦੇਸ਼ ਦੇ ਰਾਸ਼ਟਰਪਤੀ ਜਿਹੜੀ ਸਾਹਿਬਾ ਹੈਗੇ ਆ ਉਹਨਾਂ ਨੂੰ ਮਿਲ ਰਿਹਾ ਜਾਂ ਉਹਨਾਂ ਨਾਲ ਇੰਟਰੈਕਸ਼ਨ ਕਰ ਰਿਹਾ, ਇਹ ਠੀਕ ਆ, ਅੱਛੀ ਗੱਲ ਆ। ਪ੍ਰੋਟੋਕਾਲ ਦੇ ਮੁਤਾਬਕ ਜਿਹੜਾ ਹੈਗਾ ਐਸਾ ਕੁਛ ਮਤਲਬ ਬਿਹਤਰ ਰਿਲੇਸ਼ਨ ਬਣਾਉਣ ਦੇ ਲਈ ਅਕਸਰ ਹੁੰਦਾ ਰਹਿੰਦਾ। ਲੇਕਿਨ ਜੇ ਉਹ ਪੰਜਾਬ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਕੇਵਲ ਇਸ ਗੱਲ ਦੇ ਲਈ ਕਿ ਅਸੀਂ ਪੰਜਾਬ ਦਾ ਜਿਹੜਾ ਮੱਧਕਾਲੀਨ ਸੱਭਿਆਚਾਰ ਆ ਜਾਂ ਟ੍ਰੈਡੀਸ਼ਨਲ ਜਿਹੜਾ ਆਰਟ ਆ ਉਸ ਨੂੰ ਸਿਰਫ ਦਿਖਾ ਕੇ ਪੰਜਾਬ ਦੀ ਆਈਡੈਂਟਿਟੀ ਨੂੰ ਜਿਹੜਾ ਹੈਗਾ ਨਾ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਆ, ਤਾਂ ਐਸਾ ਕੁਛ ਲੰਬੇ ਸਮੇਂ ਤੱਕ ਜਿਹੜਾ ਹੈਗਾ ਨਾ ਇਹਨਾਂ ਦੇ ਪਾਪੂਲਿਜ਼ਮ ਦਾ ਚੱਲਣਾ ਨਹੀਂ ਹੈ। ਕਿਉਂਕਿ ਸਰਕਾਰਾਂ ਜਦੋਂ ਪਹਿਲਾਂ ਗੱਲਾਂ ਕਰਦੀਆਂ ਨੇ ਉਦੋਂ ਲੋਕਾਂ ਦੀ ਫਰਸਟ੍ਰੇਸ਼ਨ ਨੂੰ ਸਮੇਟ ਕੇ ਇੱਕ ਬਹੁਤ ਵੱਡਾ ਡ੍ਰੀਮ ਵਰਲਡ ਦਿਖਾ ਦਿੰਦੀਆਂ ਨੇ। ਜਦੋਂ ਉਹ ਪਲੇ ਫੀਲਡ ਦੇ ਵਿੱਚ ਆਉਂਦੀਆਂ ਨੇ ਫਿਰ ਹੁੰਦਾ ਕੀ ਆ, ਪਾਪੂਲਿਜ਼ਮ ਦੇ ਵਿੱਚ ਪੈ ਜਾਂਦੀਆਂ ਨੇ। ਇਹ ਇਸ ਤਰ੍ਹਾਂ ਦਾ ਜਿਹੜਾ ਹੈ ਨਾ ਇਸ ਤਰ੍ਹਾਂ ਦਾ ਜਿਹੜਾ ਪਾਪੂਲਿਜ਼ਮ ਹੈਗਾ ਨਾ, ਇਹ ਪਾਪੂਲਿਜ਼ਮ ਲੰਬੇ ਸਮੇਂ ਤੱਕ ਸਰਕਾਰਾਂ ਪ੍ਰਤੀ ਆਕਰਸ਼ਣ ਜਿਹੜਾ ਉਹ ਰੱਖ ਨਹੀਂ ਸਕਦਾ। ਇਸੇ ਕਰਕੇ 3 ਮਹੀਨੇ ਦੇ ਵਿੱਚ ਸੰਗਰੂਰ ਦੇ ਵਿੱਚ ਸਾਰਾ ਕੁਝ ਟੌਪਸੀ ਟਰਵੀ ਹੋ ਗਿਆ ਸੀ। ਇੰਨੀ ਲੋਕਪ੍ਰਿਯ ਸਰਕਾਰ ਨੂੰ ਝਟਕਾ ਮਿਲ ਗਿਆ ਸੀ। ਲੇਕਿਨ ਇਹਦੇ ਬਾਵਜੂਦ ਵੀ ਕਿਉਂਕਿ ਇਹਨਾਂ ਦੇ ਕੋਲੇ ਆਰਥਿਕਤਾ ਦੇ ਕੋਈ ਬਹੁਤੇ ਮਾਡਲ ਨਹੀਂ ਹੈਗੇ, ਕੋਈ ਸਕੋਪ ਨਹੀਂ ਹੈਗਾ, ਕੋਈ ਇਨਕਮ ਦੇ ਕੋਈ ਬਹੁਤੇ ਜ਼ਰੀਏ ਇੰਨੀ ਜਲਦੀ ਪੈਦਾ ਨਹੀਂ ਹੋ ਸਕਦੇ। ਜਿਹੜੀ ਮਾਈਨਿੰਗ ਪਾਲਿਸੀ ਆ ਉਹਦੇ ਵਿੱਚ ਵੀ ਕੋਈ ਬਹੁਤਾ ਨਹੀਂ ਨਿਕਲਿਆ, ਸੈਂਡ ਦੇ ਵਿੱਚੋਂ ਵੀ ਬਹੁਤਾ ਕੁਝ ਨਹੀਂ ਨਿਕਲਿਆ, 28 ਰੁਪਏ ਪੈ ਜਾਂਦਾ। ਤਾਂ ਬਹੁਤ ਕੁਝ ਜੋ ਡ੍ਰੀਮੀ ਵਰਲਡ ਦਿਖਾਇਆ ਸੀ ਉਹ ਪੂਰਾ ਹੋ ਨਹੀਂ ਸਕਦਾ ਹੁੰਦਾ। ਪਰ ਸਰਕਾਰ ਦੇ ਵਿੱਚ ਆਉਣ ਦੇ ਲਈ ਇਹ ਸਾਰਾ ਕੁਝ ਸਾਰੀਆਂ ਹੀ ਸਰਕਾਰਾਂ ਕਰਦੀਆਂ। ਨਤੀਜਾ ਕੀ ਹੁੰਦਾ, ਲੋਕਾਂ ਦੇ ਜਲਦੀ ਹੀ ਖੱਟੇ ਮਨ ਹੋ ਜਾਂਦੇ ਆ ਤੇ ਫਿਰ ਉਹ ਨਾ ਉਮੀਦੀ ਕਰ ਦਿੰਦੇ ਆ। ਪੰਜਾਬ ਦਾ ਜਿਹੜਾ ਵੋਟਰ ਹੈ ਬਹੁਤ ਇਮੋਸ਼ਨਲ ਆ, ਬਹੁਤ ਸੰਵੇਦਨਸ਼ੀਲ ਆ, ਬੜਾ ਇਨਸਟੈਂਟ ਇਮੀਡੀਏਟ ਇੱਕ ਰਿਜ਼ਲਟ, ਇੱਕ ਰਿਲੀਫ ਜਿਹੜਾ ਹੈਗਾ ਉਹ ਚਾਹੁੰਦਾ, ਜਿਹੜਾ ਜਲਦੀ ਮਿਲਣ ਵਾਲਾ ਹੈ ਨਹੀਂ। ਕਿਸੇ ਦੀ ਵੀ ਸਰਕਾਰ ਬਣ ਜੇ ਇੰਨੀ ਜਲਦੀ ਨਹੀਂ ਮਿਲਦਾ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਨੇ। ਲੇਕਿਨ ਪੰਜਾਬ ਦਾ ਵੋਟਰ ਕਹਿੰਦਾ ਕਿ ਜਿਸ ਤਰ੍ਹਾਂ ਬਿਜਲੀ ਦਾ ਸਵਿੱਚ ਦਵਾ ਕੇ ਬਿਜਲੀ ਆ ਜਾਂਦੀ ਆ, ਪੰਜਾਬ ਦੇ ਸਾਰੇ ਸੰਕਟ ਤੇ ਸਾਰੇ ਰਿਲੀਫ ਇਉਂ ਆ ਜਾਣ, ਇਸ ਤਰ੍ਹਾਂ ਸੰਭਵ ਨਹੀਂ ਹੋਣਾ। ਇਸ ਕਰਕੇ ਜਿਹੜਾ ਹੈਗਾ ਨਾ, ਜਿਹੜੀਆਂ ਪੰਜਾਬ ਦੀਆਂ ਔਰਤਾਂ ਨੇ ਇਹਨਾਂ ਨੇ ਖੁਦ ਆਪ ਦੀ ਸਰਕਾਰ ਨੇ ਦੇਖੀਆਂ ਨੇ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਪਟਿਆਲੇ ਦੇ ਵਿੱਚ ਜਿਹੜੀਆਂ ਸਾਡੀਆਂ ਨਰਸਾਂ ਧੀਆਂ ਸੀ, ਭੈਣਾਂ ਸੀ, 7ਵੀਂ ਮੰਜ਼ਿਲ ਤੋਂ ਕੁੱਦੀਆਂ ਸੀ, ਉਹਨਾਂ ਦੇ ਹੱਡ ਪੈਰ ਟੁੱਟ ਗਏ ਸੀਗੇ। ਔਰ ਜਿਹੜਾ ਹੈਗਾ ਸੀ ਇਸੇ ਤਰੀਕੇ ਦੇ ਨਾਲ ਨਹਿਰਾਂ ਦੇ ਵਿੱਚ ਛਾਲਾਂ ਮਾਰੀਆਂ ਸੀ, ਬੇਰੁਜ਼ਗਾਰ ਦੇ ਮੁੰਡਿਆਂ ਨੇ ਕਈਆਂ ਦੀਆਂ ਆਤਮ ਹੱਤਿਆਵਾਂ ਹੋਈਆਂ ਸੀ। ਇਸ ਦੇ ਬਾਵਜੂਦ ਵੀ ਇਹਨਾਂ ਦੇ ਜਿਹੜੀਆਂ ਨੀਤੀਆਂ ਨੇ ਉਹ ਲੋਕ ਹਿਤੈਸ਼ੀ ਤੇ ਪੰਜਾਬ ਦੇ ਨੌਜਵਾਨ ਦੇ ਹੱਕ ਦੇ ਵਿੱਚ ਨਹੀਂ ਹੈਗੀਆਂ। ਹੁਣ ਮੈਂ ਇੱਕ ਨੀਤੀ ਆਪਣੇ ਜਿਹੜੇ ਉਚੇਰੀ ਸਿੱਖਿਆ ਵਿਭਾਗ ਆ ਉਹਦੇ ਸੰਬੰਧ ਵਿੱਚ ਹੀ ਦੱਸ ਦਿੰਦਾ। 400 ਪੋਸਟਾਂ ਜਿਹੜੇ ਰਿਟਾਇਰੀ ਟੀਚਰ ਨੇ ਉਹਨਾਂ ਦੇ ਲਈ ਰੀਅਪੁਆਇੰਟ ਕਰਨ ਦੇ ਲਈ ਜਿਹੜੀਆਂ ਨੇ ਪਾਸ ਕਰ ਦਿੱਤੀਆਂ ਗਈਆਂ ਨੇ। 30,000 ਦੇ ਉੱਤੇ ਉਹ ਰਿਟਾਇਰੀ ਬੰਦਿਆਂ ਨੂੰ ਰੱਖਣਗੇ ਜਿਨ੍ਹਾਂ ਦੀ ਏਜ 70 ਸਾਲ ਤੋਂ ਘੱਟ ਆ। ਜਦੋਂ ਮੈਨੂੰ 60 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਕਰਤਾ, ਬਾਈ ਆਲ ਮੀਨਸ ਫਿਜ਼ੀਕਲੀ ਅਦਰਵਾਈਜ਼ ਮੈਂਟਲੀ ਬੰਦਾ ਜਿਹੜਾ ਹੈਗਾ ਉਨੀ ਸਾਊਂਡ ਪੋਜੀਸ਼ਨ ਦੇ ਵਿੱਚ ਨਹੀਂ ਰਹਿੰਦਾ। ਇਸੇ ਕਰਕੇ 50 58 ਸਾਲ 60 ਸਾਲ ਉਮਰ ਰੱਖੀ ਹੈ। ਜੇ ਇੱਕ ਬੰਦੇ ਨੇ 80 ਸਾਲ 90 ਸਾਲ ਤੱਕ ਪੜ੍ਹਾਉਂਦੇ ਹੀ ਰਹਿਣਾ ਫਿਰ ਉਮਰ ਰੱਖਣ ਦਾ ਤਾਂ ਕੋਈ ਅਰਥ ਹੀ ਨਹੀਂ ਹੈ। ਜਦੋਂ ਉਹਨੂੰ ਸਾਹ ਆਉਣੇ ਬੰਦ ਹੋ ਜਾਣਗੇ ਉਦੋਂ ਉਹਨੂੰ ਰਿਟਾਇਰ ਕਰ ਦਿਓ। ਮੈਂ ਇਹ ਕਹਿਣਾ ਵੀ ਜਿਹੜਾ ਇਹ 400 ਤੁਸੀਂ ਪੋਸਟਾਂ ਰੱਖੀਆਂ ਨੇ ਇਹ ਅਨਪਲਾਇਡ ਯੂਥ ਨੂੰ ਕਿਉਂ ਨਹੀਂ ਦੇ ਦਿੰਦੇ? ਜਿਸ ਬੰਦੇ ਨੇ 35 ਸਾਲ ਸਰਵਿਸ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ, ਰਿਟਾਇਰਮੈਂਟ ਦੇ ਪੈਸੇ ਉਹ ਆਪਣੇ ਲੈ ਰਿਹਾ, ਜ਼ਿੰਦਗੀ ਗੁਜ਼ਰ ਬਸਰ ਕਰ ਰਿਹਾ, ਉਹਦਾ ਤਾਂ ਚੰਗਾ ਭਲਾ ਸਾਰਾ ਕੁਝ ਚੱਲ ਰਿਹਾ। ਇੱਕ ਬੇਰੁਜ਼ਗਾਰ ਆ ਉਹਨੂੰ 10,000 ਦਾ ਵੀ ਰੁਜ਼ਗਾਰ ਨਹੀਂ ਮਿਲ ਰਿਹਾ।
ਅਗਰ ਉਹਨੂੰ 30,000 ਦੇ ਉੱਤੇ ਸਰਕਾਰੀ ਕਾਲਜ ਦੇ ਵਿੱਚ 400 ਪੋਸਟਾਂ ਦੇ ਵਿੱਚੋਂ ਰੱਖ ਲਏਗਾ ਤਾਂ ਸ਼ਾਇਦ ਉਹਨੂੰ ਉਮੀਦ ਬਣ ਜਾਏਗੀ ਕਿ ਮੈਂ ਰੈਗੂਲਰ ਵੀ ਕਿਤੇ ਨਾ ਕਿਤੇ ਹੋ ਜਾਊਗਾ। ਹੋ ਠੀਕ ਹੈ ਨਾ, ਜਾਊਗਾ। ਉਹਦਾ 3 ਸਾਲ ਨਹੀਂ ਪੋਸਟਾਂ ਭਰਦੀਆਂ, 4 ਸਾਲ ਨਹੀਂ ਪੋਸਟਾਂ ਭਰਦੀਆਂ, ਰੈਗੂਲਰ ਰਿਕਰੂਟਮੈਂਟ ਹੁੰਦੀ, ਉਹ 3-4 ਸਾਲ ਤਾਂ ਕੰਮ ਕਰੂਗਾ ਨਾ, ਇੰਨੇ ਨੂੰ ਉਹਦਾ ਐਕਸਪੀਰੀਅੰਸ ਵੀ ਆ ਜਾਏਗਾ, ਉਹਨੂੰ ਸਮਝ ਵੀ ਆ ਜਾਏਗੀ, ਉਹਦਾ ਗਿਆਨ ਵੀ ਪਰਿਪੱਕ ਹੋ ਜਾਏਗਾ। ਹੁਣ ਇਹ ਨੀਤੀ ਜਿਹੜੀ ਹੈਗੀ ਆ, ਇਹ ਕੀ ਨੌਜਵਾਨਾਂ ਦੇ ਰੁਜ਼ਗਾਰ ਦੇ ਵਸੀਲਿਆਂ ਦੇ ਹੱਕ ਵਿੱਚ ਆ? ਜਿਹੜੇ ਪਹਿਲਾਂ 65 ਸਾਲ ਦੇ ਹੋ ਗਏ, 64 ਸਾਲ ਦੇ ਹੋ ਗਏ, ਉਹਨਾਂ ਬੰਦਿਆਂ ਨੂੰ ਹੀ ਆਪਾਂ ਦੁਬਾਰੇ ਇਨਵਾਈਟ ਕਰ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ 'ਚ ਕਾਬਲੀਅਤ ਨਹੀਂ ਹੈ, ਲੇਕਿਨ ਮੈਂ ਕਹਿੰਦਾ ਸਾਡੀਆਂ ਪ੍ਰਸਥਿਤੀਆਂ ਨਹੀਂ ਹੈਗੀਆਂ। ਨੌਜਵਾਨ ਜਿੰਨੇ ਬੇਰੁਜ਼ਗਾਰ ਨੇ, ਜਿੰਨੇ ਬਾਹਰ ਜਾ ਰਹੇ ਆ, ਜਿੰਨੇ ਦੁਖੀ ਆ, ਜਿੰਨੇ ਨਸ਼ਿਆਂ 'ਚ ਪੈ ਰਹੇ ਆ, ਜਿੰਨੀਆਂ ਹੋਰ ਕ੍ਰਿਮੀਨਲ ਐਕਟੀਵਿਟੀ 'ਚ ਪੈ ਰਹੇ ਆ, ਅਗਰ ਉਹਨਾਂ ਨੂੰ ਅਸੀਂ ਰੁਜ਼ਗਾਰ ਦੀ ਸਾਈਕਲ 'ਚ ਲੈ ਆਵਾਂਗੇ ਤਾਂ ਬਹੁਤ ਚਾਂਸਿਸ ਜਿਹੜੇ ਹੈਗੇ ਆ ਐਸੇ ਹੋਣਗੇ ਕਿ ਉਹ ਗਲਤ ਗਤੀਵਿਧੀਆਂ ਦੇ ਵਿੱਚ ਨਹੀਂ ਜਾਣਗੇ। ਤੇ ਇਹ ਨੀਤੀਆਂ ਜਿਹੜੀਆਂ ਨੇ ਨਾ, ਇਹ ਪ੍ਰੋ ਇੰਪਲਾਇਮੈਂਟ ਨਹੀਂ ਹੈਗੀਆਂ, ਪ੍ਰੋ ਯੂਥ ਨਹੀਂ ਹੈਗੀਆਂ। ਤਾਂ ਜਦੋਂ ਅਸੀਂ ਵੋਟ ਲੈਣੀ ਆ, ਉਦੋਂ ਸਾਡੇ ਦ੍ਰਿਸ਼ਟੀਕੋਣ ਹੋਰ ਨੇ। ਜਦੋਂ ਅਸੀਂ ਪਲੇ ਫੀਲਡ ਦੇ ਵਿੱਚ ਆ ਜਾਂਦੇ ਆ, ਉਦੋਂ ਫਿਰ ਜਿਹੜੀਆਂ ਚੀਜ਼ਾਂ ਨੇ ਨਾ, ਉਹ ਫਿਰ ਉਸ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ ਜਿਨ੍ਹਾਂ ਲੋਕਾਂ ਤੋਂ ਵੋਟਾਂ ਲਈਆਂ ਨੇ ਉਹ ਠੱਗੇ ਮਹਿਸੂਸ ਕਰਦੇ। ਸੁਖਵਿੰਦਰ ਜੀ, ਜਿਨ੍ਹਾਂ ਨੇ PhDਆਂ ਤੱਕ ਕੀਤੀਆਂ ਉਹ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਨੇ। ਪ੍ਰਾਈਵੇਟ ਕਾਲਜਾਂ ਦੇ ਵਿੱਚ ਸ਼ੋਸ਼ਣ ਹੁੰਦਾ, ਕੋਈ 10-15,000 20,000 ਤੇ ਰੱਖ ਲੈਂਦੇ ਨੇ, ਮੁੜ ਕੇ ਉਹਦੇ ਵਿੱਚੋਂ ਵੀ ਕਾਟ ਮਾਰ ਕੇ ਤਨਖਾਹ ਚੋਂ ਕਢਾ ਲੈਂਦੇ ਨੇ। ਇਹ ਬਹੁਤ ਕੁਝ ਇਹੋ ਜਿਹਾ ਚੱਲ ਰਿਹਾ। ਜੇ ਕਿਤੇ ਸਰਕਾਰ ਚੰਗੇ ਕੰਮ ਕਰੇ ਤੇ ਲੋਕ ਜਿਹੜੇ ਨੌਜਵਾਨ ਜਿਹੜੇ ਨੇ ਉਹ ਵੀ ਯਕੀਨ ਰੱਖਣ ਕਿ ਸਾਨੂੰ ਇੱਥੇ ਰੁਜ਼ਗਾਰ ਮਿਲੇਗਾ, ਨਹੀਂ ਤੇ ਫਿਰ ਬਾਹਰ ਦੀ ਉਡਾਰੀ ਤਾਂ ਤਿਆਰ ਹੈ ਉਹਨਾਂ ਦੀ। ਜੇ ਮੁੱਖ ਮੰਤਰੀ ਸਾਹਿਬ ਜਰਮਨ ਤੋਂ ਉੱਥੇ ਨਿਵੇਸ਼ ਕਰਾ ਸਕਦੇ ਨੇ ਤਾਂ ਨੌਜਵਾਨ ਵੀ ਜਾ ਕੇ ਉੱਥੇ ਆਪਣੀ ਭੂਮਿਕਾ ਵਧੀਆ ਢੰਗ ਨਾਲ ਨਿਭਾ ਰਹੇ ਨੇ। ਸਵਾਲ ਹੁਣ ਇਹ ਆ ਕਿ ਜਦੋਂ ਪੰਜਾਬ ਦੀ ਸਿਆਸੀ ਜ਼ਮੀਨ ਦੇ ਉੱਤੇ ਦੇਖਦੇ ਆ ਕਿ ਬਦਲਾਅ ਜਿਹੜਾ ਆ ਉਹ ਰਾਸ ਜਿਹਾ ਨਹੀਂ ਆਇਆ। ਭਾਜਪਾ ਨੇ ਹੁਣ ਆਪਣੇ ਵੱਲੋਂ ਇੱਕ ਨਵੇਂ ਏਜੰਡੇ ਦੇ ਤਹਿਤ ਕਹਿ ਲਓ ਜਾਂ ਫਿਰ ਨਵੀਂ ਸਿਆਸੀ ਰਣਨੀਤੀ ਦੇ ਤਹਿਤ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਦਾ ਤੇ ਚੰਡੀਗੜ੍ਹ ਦਾ ਇੰਚਾਰਜ ਲਾਤਾ। ਹਾਲਾਂਕਿ ਕਾਂਗਰਸ ਨੇ ਵੀ ਇਹੀ ਕੀਤਾ ਸੀ, ਰਾਜਸਥਾਨ ਤੋਂ ਲਿਆ ਕੇ ਇੰਚਾਰਜ ਲਾਇਆ ਸੀ ਹਰੀਸ਼ ਚੌਧਰੀ ਨੂੰ। ਸਾਰੀਆਂ ਸਿਆਸੀ ਪਾਰਟੀਆਂ ਏਦਾਂ ਹੀ ਕਰਦੀਆਂ। ਆਮ ਆਦਮੀ ਪਾਰਟੀ ਨੇ ਵੀ ਲਿਆ ਕੇ ਉੱਥੋਂ ਆਪਣੇ ਬੰਦੇ ਇੱਥੇ ਫਿੱਟ ਕੀਤੇ, ਰਾਘਵ ਚੱਡਾ ਹੋ ਗਏ ਜਾਂ ਹੋਰ ਹੋ ਗਏ ਜਿਨ੍ਹਾਂ ਨੂੰ ਸਹਿ ਇੰਚਾਰਜ ਲਾ ਦਿੱਤਾ ਗਿਆ। ਇਹ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਕਿ ਆਖਿਰਕਾਰ ਪੰਜਾਬ ਦਾ ਅਗਲਾ ਬਦਲਾਅ ਦਾ ਮਾਡਲ ਕਿਸ ਤਰ੍ਹਾਂ ਦਾ ਹੋਏਗਾ ਜੇ ਭਾਜਪਾ ਆਪਣਾ ਸ਼ਿਕੰਜਾ ਜਿਹੜਾ ਆ ਉਹ ਮਜ਼ਬੂਤ ਕਰਦੀ ਜਾ ਰਹੀ ਹੈ ਪੰਜਾਬ 'ਚ। ਸੁਖਵਿੰਦਰ ਸਿੰਘ ਜੀ, ਦੇਖੋ ਇੱਕ ਬੜਾ ਕਲੀਅਰ ਕੱਟ ਮੈਸੇਜ ਜਿਹੜਾ ਹੈਗਾ ਨਾ, ਆਪ ਪਾਰਟੀ ਨੇ ਹੀ ਲੋਕਾਂ ਨੂੰ ਦੇ ਦਿੱਤਾ ਕਿ ਫਾਈਨੈਂਸਿਸ ਵਾਲਾ ਸਾਰਾ ਮੈਟਰ ਤਾਂ ਬੀਜੇਪੀ ਕੋਲੇ, ਕੇਂਦਰ ਦੀ ਸਰਕਾਰ ਕੋਲ ਆ। ਤੇ ਜੇ ਲੋਕ ਇਸ ਨੂੰ ਮਹਿਸੂਸ ਕਰਨ ਲੱਗ ਗਏ ਵੀ ਜੇ ਸਾਡੀ ਗਤੀ ਜਿਹੜੀ ਹੈ, ਸਾਡਾ ਮੋਕਸ਼ ਜਿਹੜਾ ਹੈਗਾ, ਸਾਡੇ ਸੰਕਟਾਂ ਦਾ ਉਧਾਰ ਜਿਹੜਾ ਹੈਗਾ ਉਹ ਫਾਈਨੈਂਸਿਸ ਦੇ ਰਾਹੀਂ ਕੇਂਦਰੀ ਸਰਕਾਰ ਨੇ ਕਰਨਾ, ਫਿਰ ਕੇਂਦਰ ਦੀ ਸਰਕਾਰ ਦਾ ਮੌਕਾ ਕਿਉਂ ਨਾ ਦਿੱਤਾ ਜਾਵੇ ਉਸ ਨੂੰ। ਤੇ ਅਸੀਂ ਉਸ ਨੂੰ ਵੀ ਕਹਿੰਦੇ ਆ, ਇਸ ਤੋਂ ਪਹਿਲਾਂ ਕਿ ਅਸੀਂ ਇੱਕ ਹੋਰ ਸਰਕਾਰ ਨੂੰ ਮੌਕਾ ਦਈਏ, ਫਿਰ ਉਹ ਜਾ ਕੇ ਕੇਂਦਰ ਦੀ ਸਰਕਾਰ ਦੀ ਆਰਮ ਟਵਿਸਟ ਕਰੇ, ਫਿਰ ਸਾਨੂੰ ਕੁਝ ਫਾਈਨੈਂਸਿਸ ਆਉਣ, ਫਿਰ ਅਸੀਂ ਉਹਦੇ ਵਿੱਚੋਂ ਆਪਣੇ ਜਿਹੜੀਆਂ ਸੰਕਟ ਨੇ ਉਹਨਾਂ ਦਾ ਉਧਾਰ ਕਰੀਏ, ਤਾਂ ਕਿਉਂ ਨਾ ਸਿੱਧਾ ਹੀ ਉਹਨਾਂ ਨੂੰ ਦੇ ਦਿੱਤਾ ਜਾਵੇ। ਇਹ ਲੋਕਾਂ ਦੇ ਮਨਾਂ ਵਿੱਚ ਆ। ਦੂਸਰੀ ਗੱਲ ਜਿਹੜੀ ਹੈਗੀ ਆ, ਉਹਨਾਂ ਨੇ ਵੀ ਆਪਣਾ BJP ਸਰਕਾਰ ਹੈ ਜਿਹੜੀ ਕੇਂਦਰ ਦੀ, ਉਹਨਾਂ ਨੇ ਵੀ ਆਪਣਾ ਥੋੜਾ ਜਿਹਾ ਪੈਰਾਡਾਈਮ, ਥੋੜਾ ਜਿਹਾ ਮਾਡਲ ਬਦਲਿਆ। ਪਹਿਲਾਂ ਉਹ ਜਿਹੜਾ ਸੀ ਨਾ, ਜਿਹੜਾ ਬਾਕੀ ਹਿੰਦੁਸਤਾਨ ਦੀਆਂ ਸਟੇਟਾਂ ਤੇ ਲਗਾ ਰਹੇ ਆ, ਪੋਲਰਾਈਜੇਸ਼ਨ ਦਾ ਮਾਡਲ ਆ, ਸੰਪਰਦਾਇਕਤਾ ਦਾ ਮਾਡਲ ਆ, ਹਿੰਦੂ, ਸਿੱਖ, ਈਸਾਈ, ਮੁਸਲਿਮ, ਇਹ ਘੱਟ ਗਿਣਤੀਆਂ ਜਾਂ ਇਹ ਧਾਰਮਿਕ ਦਾਇਰਿਆਂ ਦੇ ਵਿੱਚ ਵੰਡ ਕੇ ਪੋਲਿਟਿਕਸ ਕਰਨ ਦਾ ਜਿਹੜਾ ਉਹਨਾਂ ਦਾ ਟ੍ਰੈਡੀਸ਼ਨਲ ਜਿਹੜਾ ਸਟਾਈਲ ਆ, ਉਹ ਪੰਜਾਬ ਦੇ ਵਿੱਚ ਥੋੜਾ ਜਿਹਾ ਬਦਲਿਆ। ਜਿਹੜੀਆਂ 22 ਦੀਆਂ ਇਲੈਕਸ਼ਨਾਂ ਨੇ ਉਹਦੇ ਵਿੱਚ ਵੀ ਸਾਹਮਣੇ ਆਇਆ ਸੀ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਦੋਂ BJP ਨੇ ਔਰ ਜਿਹੜੀਆਂ ਆਪਣੀਆਂ 22 ਇਲੈਕਸ਼ਨ ਆਈ ਸੀ ਸੰਗਰੂਰ ਦੀ, ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਬਹੁਤ ਸਾਰੇ ਜੱਟ ਸਿੱਖ ਚਿਹਰਿਆਂ ਨੂੰ MLA ਦੀਆਂ ਟਿਕਟਾਂ ਦਿੱਤੀਆਂ। ਇਹ ਚੀਜ਼ ਪਹਿਲਾਂ ਕਦੇ BJP ਦੀ ਬਹੁਤ ਘੱਟ ਦੇਖਣ ਵਿੱਚ ਆਈ ਸੀ। ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇਹਨਾਂ ਦੀ ਸਰਕਾਰ ਹੁੰਦੀ ਸੀ, ਉਸ ਸਮੇਂ ਵੀ BJP ਨੇ ਹਿੰਦੂ ਚਿਹਰਿਆਂ ਨੂੰ ਸ਼ਾਰਟ ਲਿਸਟ ਕੀਤਾ ਸੀਗਾ, ਜਿੱਥੇ ਉਹਨਾਂ ਨੂੰ ਸੀਟਾਂ ਦਿੱਤੀਆਂ ਸੀ ਸ਼੍ਰੋਮਣੀ ਅਕਾਲੀ ਦਲ। ਲੇਕਿਨ ਸਿੱਖ ਚਿਹਰਾ ਬਹੁਤ ਉਹਨਾਂ ਨੇ ਉਤਾਰਿਆ। ਹੁਣ ਉਹਨਾਂ ਦੀ ਪਾਰਟੀ ਵਿੱਚ ਵੀ ਔਰ MLA ਦੇ ਕੈਂਡੀਡੇਟਸ ਵੀ, ਔਰ ਹੁਣ MP ਦਾ ਕੈਂਡੀਡੇਟ ਵੀ ਸੰਗਰੂਰ ਦੇ ਵਿੱਚ ਜਿਹੜਾ ਉਤਾਰਿਆ, ਉਹ ਕਾਂਗਰਸ ਦਾ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਇਫੈਕਟਿਵ ਔਰ ਡਾਇਨਾਮਿਕ ਲੀਡਰ ਰਿਹਾ, ਔਰ ਉਹ ਵੋਟ ਕੈਚਿੰਗ ਬੰਦਾ, ਪਰਸਨੈਲਿਟੀ ਹੈਗੀ ਐਸੀ। ਉਸਨੇ ਕੀ ਕੀਤਾ, ਹੋਰ ਕੁਝ ਕੀਤਾ ਹੋਵੇ ਨਾ ਕੀਤਾ ਹੋਵੇ, ਲੇਕਿਨ ਆਮ ਤੌਰ ਦੇ ਉੱਤੇ 5% BJP ਦਾ ਵੋਟ ਸ਼ੇਅਰ ਜਿਹੜਾ ਸੀ ਉਹ ਵਧਾ ਕੇ 10% ਤੇ ਲੈ ਗਿਆ। ਤੋਂ ਡਬਲ ਜਿਹੜਾ ਹੈਗਾ ਜੰਪ ਮਾਰਿਆ BJP ਨੇ ਇੱਕਦਮ, ਜਿਹੜਾ ਕਿ ਪੰਜਾਬ ਦਾ ਟ੍ਰੈਡੀਸ਼ਨਲ ਜਿਹੜਾ ਇਹਨਾਂ ਦਾ ਮੋਡ ਸੀ, ਤਰੀਕਾ ਸੀ, ਜਿਹੜਾ ਹਿੰਦੂ ਚਿਹਰਿਆਂ ਨੂੰ ਅੱਗੇ ਲਿਆ ਕੇ BJP ਨੂੰ ਰਿਪਰੈਜ਼ੈਂਟ ਕਰਨ ਦਾ, ਉਹ ਬਦਲ ਲਿਆ। ਹੁਣ ਪੰਜਾਬ ਦੇ ਵਿੱਚ ਬਲਵੀਰ ਸਿੰਘ ਸਿੱਧੂ ਜੀ ਤੇ ਆਪਣਾ
ਜਿਹੜਾ ਗੁਰਦਾਸਪੁਰ ਦੇ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਨੇ ਜਿਹੜੇ, ਉਹ ਹੋ ਗਏ, ਠੀਕ ਹੈ ਜੀ। ਬਲਰਾਮ ਜਾਖੜ ਜੀ ਬਲਰਾਮ ਜਾਖੜ ਦੇ ਪੁੱਤਰ ਜਿਹੜੇ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਆ ਜਿਹੜੇ ਸੁਨੀਲ ਜਾਖੜ ਜੀ, ਤੇ ਕੰਸੂਆਏ ਵੀ ਨੇ ਵੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਰਲੇਵਾਂ ਵੀ ਜਿਹੜਾ ਹੈਗਾ ਉਸ ਦੇ ਵਿੱਚ ਹੋ ਜੇ। ਤਾਂ ਹੁਣ ਉਹਨਾਂ ਨੇ ਇਹ ਲਾਇਆ ਹੈਗਾ ਕਿ ਟ੍ਰੈਡੀਸ਼ਨਲ ਜਿਹੜਾ ਰੂਰਲ ਸੀਟਸ ਨੇ ਪਾਰਟਿਕੂਲਰਲੀ, ਉਹਨਾਂ ਦੇ ਵਿੱਚ ਜੱਟ ਚਿਹਰਿਆਂ ਦੇ ਨਾਲ ਹੀ ਬੀਜੇਪੀ ਜਿਹੜੀ ਹੈਗੀ ਆ ਕੰਟੈਸਟ ਦੇ ਵਿੱਚ ਆਏਗੀ, ਖਾਸ ਤੌਰ ਦੇ ਉੱਤੇ 24 ਵਿੱਚ ਔਰ 27 ਦੇ ਵਿੱਚ। ਨਤੀਜਾ ਉਸ ਦਾ ਇਹ ਹੈਗਾ ਕਿ ਜਿਹੜਾ ਇਹ ਉਹਨਾਂ ਨੇ ਇਹਨਾਂ ਦੇ ਉੱਤੇ ਲੇਬਲ ਜਿਹਾ ਲੱਗਦਾ ਸੀ ਕਿ ਇਹ ਤਾਂ ਕੇਵਲ ਵਪਾਰੀ ਸ਼੍ਰੇਣੀਆਂ ਦੀ ਪਾਰਟੀ ਆ, ਹਿੰਦੂ ਸੰਪਰਦਾਇਕ ਜਿਹੜੀ ਹੈਗੀ ਆ ਉਸ ਦੀ ਪਾਰਟੀ ਆ, ਇੱਕ ਧਾਰਮਿਕ ਫਿਰਕੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ, ਤੇ ਪੰਜਾਬ ਦਾ ਜੱਟ ਉਹਨਾਂ ਨੂੰ ਐਕਸੈਪਟ ਨਹੀਂ ਕਰਦਾ। ਇਸ ਕਰਕੇ ਹੁਣ ਉਹਨਾਂ ਦੇ ਪੰਜਾਬ ਦੇ ਜੱਟ ਸਿੱਖ ਚਿਹਰਿਆਂ ਨੂੰ ਵੀ ਬੀਜੇਪੀ ਦੇ ਵਿੱਚ ਲੈ ਆਏ ਆ। ਕੁਛ ਉਹਨਾਂ ਕੋਲੇ ਪਹਿਲਾਂ ਵੀ ਸੀ ਤੇ ਹੁਣ ਜਿਹੜਾ ਲਿਬਰਲੀ ਉਹਨਾਂ ਨੂੰ ਐਕਸੈਪਟ ਕਰ ਰਹੇ ਆ। ਅਗਰ ਪੰਜਾਬ ਦੇ ਜਿਹੜੇ ਜੱਟ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਡਿਸਅਪੁਆਇੰਟ ਹੋਏ ਵੇ ਆ, ਚਾਹੇ ਉਹ ਕਾਂਗਰਸ ਤੋਂ ਡਿਸਅਪੁਆਇੰਟ ਹੋਏ ਵੇ ਆ, ਚਾਹੇ ਉਹ ਕੋਈ ਇੰਡੀਪੈਂਡੈਂਟ ਆ, ਅਗਰ ਉਹ ਬੰਦੇ ਬੀਜੇਪੀ ਚਲੇ ਜਾਂਦੇ ਆ ਤਾਂ ਬੀਜੇਪੀ ਦੇ ਆਧਾਰ ਨੂੰ, ਕਮਿਊਨਲ ਹਾਰਮਨੀ ਨੂੰ ਇੱਕ ਮਜ਼ਬੂਤੀ ਮਿਲੇਗੀ। ਜਿਹੜੇ ਪੰਜਾਬ ਦੇ ਲੋਕ ਇਹ ਸੋਚਦੇ ਸੀਗੇ ਕਿ ਜਿੰਨੀਆਂ ਸੀਟਾਂ ਦਿੱਤੀਆਂ ਜਾਂਦੀਆਂ ਬੀਜੇਪੀ ਤੋਂ ਹਿੰਦੂ ਚਿਹਰਿਆਂ ਨੂੰ ਦਿੱਤੀਆਂ ਜਾਂਦੀਆਂ ਨੇ, ਹੁਣ ਉਹ ਕਮਿਊਨਲ ਹਾਰਮਨੀ ਦੇ ਨਾਲ ਅੱਗੇ ਆਉਣਗੇ ਤੇ ਹੋ ਸਕਦਾ ਕਿ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਖੁੱਸ ਗਈ ਆ, ਤੇ ਬੀਜੇਪੀ ਇੱਕ ਫਾਰਮੀਡੇਬਲ ਚੈਲੰਜ ਜਿਹੜਾ ਹੈਗਾ ਉਹ 24 ਦੀਆਂ ਪਾਰਲੀਮਾਨੀ ਇਲੈਕਸ਼ਨਸ ਦੇ ਵਿੱਚ ਔਰ 27 ਦੀਆਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਦੇ ਸਕਦੀ ਹੈ। ਆਖਰੀ ਜਿਹੜਾ ਸਵਾਲ ਹੈ ਪ੍ਰੋਫੈਸਰ ਸਾਹਿਬ, ਕਿ ਇਹਨਾਂ ਸਭ ਹਾਲਾਤਾਂ ਦੇ ਵਿਚਾਲੇ ਪੰਜਾਬ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ, ਮੈਂ ਦੇਖ ਰਿਹਾ ਸੀ ਮੀਡੀਆ ਤੇ ਕਿ ਜੀ ਸਲੀਪਰ ਸੈੱਲ ਨੇ ਪੰਜਾਬ ਦੇ ਵਿੱਚ, ਪੁਲਿਸ ਮੁਸਤੈਦ ਹੈ ਇਸ ਮਸਲੇ ਦੇ ਉੱਤੇ। ਕੁਝ ਇਹ ਵੀ ਕਿਹਾ ਗਿਆ ਕਿ ਅੱਤਵਾਦੀਆਂ ਦੇ ਨਿਸ਼ਾਨੇ ਦੇ ਉੱਤੇ ਕੁਝ ਸਿਆਸੀ ਆਗੂ ਤੇ ਧਾਰਮਿਕ ਆਗੂ ਨੇ। ਇਹ ਖਬਰਾਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ 'ਚ ਚੱਲ ਰਹੀਆਂ ਨੇ। ਇਹਦੇ ਤੋਂ ਇਸ਼ਾਰਾ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਅਗਲੇ ਸੰਕੇਤ ਜਿਹੜੇ ਨੇ ਉਹ ਕੁਝ ਚੰਗੇ ਨਹੀਂ ਪੰਜਾਬ ਦੇ ਲਈ। ਉਹ ਭਾਵੇਂ 2024 ਦਾ ਇਲੈਕਸ਼ਨ ਹੋਵੇ ਜਾਂ ਉਸ ਤੋਂ ਪਹਿਲਾਂ ਹੋਵੇ, ਕੁਝ ਨਾ ਕੁਝ ਇਹੋ ਜਿਹਾ ਵਾਪਰਨ ਵਾਲਾ। ਜਦੋਂ ਇਹ ਸਲੀਪਰ ਸੈੱਲ ਦੀ ਗੱਲ ਕਰਦੇ ਨੇ ਤਾਂ ਧਿਆਨ ਚਲਾ ਜਾਂਦਾ ਕਿ ਕੁਝ ਨਾ ਕੁਝ ਤਾਂ ਮਤਲਬ ਕਿ ਵਾਪਰੇਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਇੱਕ ਨਵੇਂ ਤਰੀਕੇ ਦੀ ਜਿਹੜੀ ਆ ਉਹ ਸਿਆਸਤ ਸ਼ੁਰੂ ਹੋ ਸਕਦੀ ਹੈ। ਦੇਖੋ, ਦੋ ਗੱਲਾਂ ਨੇ ਜੀ। ਪੁਲਿਸ ਦੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ, ਇੱਕ ਤਾਂ ਨੇਤਾ ਪ੍ਰਤੀ ਦਾ ਜਿਹੜਾ ਲਾਅ ਐਂਡ ਆਰਡਰ ਦੀ ਸਮੱਸਿਆ, ਇੱਕ ਤਾਂ ਉਹ ਵਾਲੀ ਹੈ ਜਿਹਦੇ ਵਿੱਚ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਆਧਾਰ ਨਹੀਂ ਹੈਗੇ, ਤੇ ਉਹ ਨੇਤਾ ਪ੍ਰਤੀ ਦੀ ਜਿਹੜੀ ਕ੍ਰਾਈਮ ਹੋ ਰਿਹਾ ਉਹਦੇ ਵਿੱਚ ਵੀ ਵਾਧਾ ਹੋ ਰਿਹਾ। ਇਹਦੇ ਵਾਧੇ ਦਾ ਜੇ ਤੁਸੀਂ ਨੈਸ਼ਨਲ ਕ੍ਰਾਈਮ ਬਿਊਰੋ ਨੂੰ ਦੇਖੋ ਜਾਂ ਸਾਈਕੋਲੋਜੀ ਦੇ ਅੰਕੜੇ ਦੇਖੋ, ਤਾਂ ਜਿੱਥੇ ਜਿੱਥੇ ਗਰੀਬੀ ਜ਼ਿਆਦਾ ਹੋਏਗੀ ਕ੍ਰਾਈਮ ਰੇਟ ਜ਼ਿਆਦਾ ਆਏਗਾ, ਤੇ ਜਿੱਥੇ ਜਿੱਥੇ ਬੇਰੁਜ਼ਗਾਰੀ ਹੋਏਗੀ ਕ੍ਰਾਈਮ ਰੇਟ ਜ਼ਿਆਦਾ ਆਏਗਾ। ਜੇ ਇਸ ਕ੍ਰਾਈਮ ਨੂੰ ਅਸੀਂ ਘਟਾਉਣਾ ਹੈ ਤਾਂ ਸਾਨੂੰ ਬੇਰੁਜ਼ਗਾਰੀ ਦੇ ਵਿੱਚੋਂ ਇਹਦਾ ਜਾ ਕੇ ਕ੍ਰਾਈਮ ਰੇਟ ਘੱਟ ਹੋਏਗਾ, ਨਾ ਕਿ ਡੰਡੇ ਬਰਸਾ ਕੇ ਜਾਂ ਕੋਈ ਹੋਰ ਚੀਜ਼ਾਂ ਕਰਕੇ। ਇਸ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਅਸਲੀ ਆਧਾਰਾਂ ਦੇ ਉੱਤੇ ਉਂਗਲ ਰੱਖਣੀ ਪਏਗੀ, ਜਿਹੜੀ ਅਸੀਂ ਰੱਖ ਨਹੀਂ ਰਹੇ। ਹੁਣ ਬੱਚੇ ਡੈਮੋਨਸਟ੍ਰੇਸ਼ਨ ਕਰਦੇ ਆ ਰੁਜ਼ਗਾਰ ਦੇ ਲਈ, ਉਹਨਾਂ ਨੂੰ ਕੁੱਟੀ ਜਾਓ, ਛਿੱਲੀ ਜਾਓ, ਵਿਛਾਣਾ ਮਰੀ ਜਾਓ, ਇਹਦੇ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ ਹੋਣਾ। ਉਹਨਾਂ ਦੀ ਬੇਸਿਕ ਸਮੱਸਿਆ ਨੂੰ ਲੈ ਕੇ ਉਦੋਂ ਅਸੀਂ ਟੱਚ ਕਰੀਏ, ਫਿਰ ਕਿਤੇ ਜਾ ਕੇ ਗੱਲ ਬਣੇਗੀ। ਦੂਸਰੀ ਗੱਲ ਹੈ ਨਸ਼ਿਆਂ ਦੀ। ਨਸ਼ਿਆਂ ਦੇ ਲਈ ਬਾਵਜੂਦ ਇਸ ਗੱਲ ਦੇ ਕਿ ਕਾਫੀ ਯਤਨ ਪ੍ਰਯਤਨ ਸਰਕਾਰਾਂ ਦੇ ਵਿੱਚ ਹੁੰਦੇ ਆਏ ਆ, ਫਿਰ ਵੀ ਕੁਝ ਚੀਜ਼ਾਂ ਐਸੀਆਂ ਨੇ ਹਿਡਨ, ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਰੈਕਟਸ ਨੇ। ਅੰਤਰਰਾਸ਼ਟਰੀ ਰੈਕਟਸ ਦੇ ਲਈ ਇੰਟਰਸਟੇਟ ਜਿਹੜਾ ਹੈਗਾ ਨਾ, ਤੁਹਾਨੂੰ ਆਪਸ ਦੇ ਵਿੱਚ ਇੱਕ ਸੰਗਠਨ ਬਣਾਉਣਾ ਪਏਗਾ। ਬਹੁਤੀ ਵਾਰੀ ਕੀ ਹੈਗਾ ਕਿ ਜਿਹੜਾ ਇੰਟਰਨੈਸ਼ਨਲ ਵੀ ਉਹ ਬਣਾਉਣਾ ਪਏਗਾ। ਇਹ ਕਿਸੇ ਵੀ ਸਰਕਾਰ ਕੋਲੇ, ਚਾਹੇ ਕਿਸੇ ਵੀ ਸਟੇਟ ਦੇ ਕੋਲੇ 100% ਤੁਸੀਂ ਕਹਿ ਨਹੀਂ ਸਕਦੇ ਕਿ ਨਸ਼ੇ ਉਹਨਾਂ ਨੇ ਰੋਕ ਲਏ। ਬਹੁਤ ਹੱਦ ਤੱਕ ਵੀ ਤੁਸੀਂ ਉਸ ਨੂੰ ਕਾਬੂ ਕਰ ਲਓ ਜਿਹੜਾ ਆਰਗੇਨਾਈਜ਼ਡ ਕਿਸਮ ਦਾ ਕ੍ਰਾਈਮ ਹੈਗਾ ਨਸ਼ਿਆਂ ਦੇ ਵਿੱਚ, ਖਾਸ ਤੌਰ ਤੇ ਸਿੰਥੈਟਿਕ ਡਰੱਗਸ ਦਾ, ਜਿਹੜੀਆਂ ਸਾਈਕੋਟ੍ਰੋਪਿਕ ਨੇ ਉਹਨਾਂ ਦਾ, ਜਿਹਨੂੰ ਵਾਈਟ ਚਿੱਟਾ ਕਹਿ ਦਿੰਦੇ ਆ, ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਨਸ਼ੇ ਵਾਲੀਆਂ ਉਹ ਕਹਿ ਦਿੰਦੇ ਆ, ਜਾਂ ਟੀਕੇ ਜਿਹੜੇ ਆ ਉਹਨਾਂ ਨੂੰ ਅਸੀਂ ਕਹਿ ਲੈਂਦੇ ਆ। ਜਿਹੜਾ ਟ੍ਰੈਡੀਸ਼ਨਲ ਸਾਡਾ ਨਸ਼ਾ ਹੈਗਾ ਉਹ ਇੱਕ ਸੈਪਰੇਟ ਚੀਜ਼। ਲੇਕਿਨ ਮੈਂ ਇਹ ਗੱਲ ਕੁਐਸਚਨ ਸੋਚਣ ਵਾਲਾ ਇਹ ਹੈਗਾ ਐਜੂਕੇਸ਼ਨਿਸਟ ਲਈ, ਸਾਈਕੋਲੋਜਿਸਟ ਲਈ, ਡਾਕਟਰਸ ਲਈ, ਆਮ ਬੰਦਿਆਂ ਲਈ, ਵੀ ਬੰਦਾ ਨਸ਼ਾ ਕਰਦਾ ਹੀ ਕਿਉਂ ਆ। ਅਗਰ ਉਸ ਨੂੰ ਕੋਈ ਸਪੋਰਟੇਸ਼ਨ ਆ, ਅਗਰ ਉਸ ਨੂੰ ਕੋਈ ਸੈਡਨੈਸ ਆ, ਅਗਰ ਉਸ ਨੂੰ ਕੋਈ ਡਿਸਅਪੁਆਇੰਟਮੈਂਟ ਆ, ਤਾਂ ਉਹ ਨਸ਼ਿਆਂ ਦੇ ਵਿੱਚ ਜਿਹੜਾ ਹੈਗਾ ਪਏਗਾ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ। ਪਾਸੋ ਰੋਡ ਦੇ ਉੱਤੇ ਪਟਿਆਲੇ ਦੇ ਵਿੱਚ ਇੱਕ ਦਵਾਈਆਂ ਦੀ ਦੁਕਾਨ ਆ ਜੀ, ਉਹਦੇ ਨਾਲ ਬਿਲਕੁਲ ਠੇਕਾ। ਸ਼ਾਮ ਨੂੰ ਜਦੋਂ ਮੈਂ ਜਾਂਦਾ ਕਈ ਵਾਰੀ ਦਵਾਈ ਲੈਣ, ਤਾਂ ਮੈਂ ਇਹ ਦੇਖਦਾ ਵੀ ਜਿੰਨੀ ਠੇਕੇ ਤੇ ਭੀੜ ਹੁੰਦੀ ਆ ਉਨੀ ਦਵਾਈਆਂ ਵਾਲੀਆਂ ਦੁਕਾਨਾਂ ਤੇ ਨਹੀਂ ਹੁੰਦੀ। ਮੈਂ ਇਹ ਕਹਿ ਰਿਹਾ, ਮੈਂ ਕਰਦਾ ਵੀ ਉੱਥੇ ਕਿਸ ਤਰ੍ਹਾਂ ਦਾ ਡਾਟਾ ਜਾ ਰਿਹਾ। ਜਿਹੜਾ ਬਾਹਰ ਖੜਾ ਹੁੰਦਾ ਸ਼ਰਾਬ ਲੈਣ ਲਈ,
ਉਹ ਬਿਲਕੁਲ ਗਰੀਬ ਕਿਸਮ ਦੇ ਲੋਕ ਨੇ ਜਿਹੜੇ 500-700 ਰੁਪਇਆ ਮਸਾਂ ਦਿਹਾੜੀ ਕਰਦੇ ਆ। ਜਿਹੜਾ ਸਵੇਰ ਤੋਂ ਸ਼ਾਮ ਤੱਕ ਹੱਡ ਤੋੜਵੀਂ ਮਿਹਨਤ ਕਰਕੇ 500-700 ਰੁਪਇਆ ਕਮਾਉਂਦਾ, ਉਹਦੇ ਵਿੱਚੋਂ ਉਹ ਨਸ਼ੇ ਦੇ ਉੱਤੇ ਖੜਾ ਹੋਇਆ ਹੁੰਦਾ। ਤੋ ਮੁੱਕਦੀ ਗੱਲ ਇਹ ਹੈਗੀ ਆ ਕਿ ਕਿਉਂ ਬੰਦਾ ਨਸ਼ਾ ਕਰਦਾ? ਡਿਸਅਪੁਆਇੰਟਮੈਂਟ ਵਿੱਚੋਂ ਆਉਂਦਾ, ਫਰਸਟ੍ਰੇਸ਼ਨ ਚੋਂ ਆਉਂਦਾ, ਡਿਪਰੈਸ਼ਨ ਚੋਂ ਆਉਂਦਾ। ਲੋਕਾਂ ਦੇ ਕੋਲੇ ਰੁਜ਼ਗਾਰ ਦੇ ਵਸੀਲੇ ਨਹੀਂ ਹੈ, ਸਰੋਤ ਨਹੀਂ ਹੈ, ਇਸ ਕਰਕੇ ਉਹ ਦੁਖੀ ਹੋ ਜਾਂਦੇ ਆ। ਦੁਖੀ ਹੋਏ ਕੁਝ ਸਮੇਂ ਦੇ ਲਈ ਆਪਣਾ ਦੁੱਖ ਨੂੰ ਭੁਲਾਉਣਾ ਚਾਹੁੰਦੇ ਆ ਤੇ ਨਸ਼ੇ ਦਾ ਸਹਾਰਾ ਲੈ ਲੈਂਦੇ ਆ ਤੇ ਉਹ 'ਚ ਫਸ ਜਾਂਦੇ ਆ। ਤੋ ਜੇ ਕੰਜ਼ਿਊਮਰ ਨਾ ਮਿਲੇ, ਮੇਰਾ ਇੱਕ ਚੈਲੰਜ ਹੈਗਾ, ਅਗਰ ਕੋਈ ਨਸ਼ਾ ਕਰਨ ਵਾਲਾ ਕੰਜ਼ਿਊਮਰ ਅਵੇਲੇਬਲ ਨਹੀਂ, ਜਿੰਨਾ ਮਰਜ਼ੀ ਨਸ਼ਾ ਛੱਡ ਦਿਓ, ਉਹਦੀ ਕੋਈ ਸਪਲਾਈ ਨਹੀਂ ਹੋਏਗੀ, ਕਿਉਂਕਿ ਜਦੋਂ ਉਹਦਾ ਕੋਈ ਵਿਕਰੇਤਾ ਕੀ ਕਰੇਗਾ ਜਦੋਂ ਉਹਨੂੰ ਕੋਈ ਖਰੀਦਣ ਵਾਲਾ ਹੀ ਨਹੀਂ ਹੈ। ਤੋ ਅਸੀਂ ਫਸ ਗਏ ਹਾਂ ਸਾਈਕਲ ਦੇ ਵਿੱਚ। ਦੂਸਰੀ ਗੱਲ ਜਿਹੜੀ ਸੰਪਰਦਾਇਕਤਾ ਦਾ ਮੁੱਦਾ ਹੈਗਾ, ਜਿਹੜਾ ਪੁਰਾਣਾ ਚੱਲਿਆ ਆ ਰਿਹਾ ਬਰਗਾੜੀ ਕਾਂਡ ਵਾਲਾ, ਉਸ ਨੂੰ ਹੱਲ ਕਰਨ ਵਿੱਚ ਔਰ ਨਸ਼ਿਆਂ ਨੂੰ ਹੱਲ ਕਰਨ ਦੇ ਵਿੱਚ ਸਕਸੈਸਿਵ ਗਵਰਨਮੈਂਟਸ ਇਫੈਕਟਿਵ ਉਨੀਆਂ ਨਹੀਂ ਹੋਈਆਂ ਜਿੰਨੀਆਂ ਲੋਕਾਂ ਦੀਆਂ ਉਮੀਦਾਂ ਸੀ। ਨਾ ਵਰਤਮਾਨ ਸਰਕਾਰ, ਨਾ ਪਹਿਲਾਂ ਵਾਲੀਆਂ ਸਰਕਾਰਾਂ। ਇਸ ਕਾਰਨ ਜਨਰਲ ਲਾਅ ਐਂਡ ਆਰਡਰ ਵੀ ਉਸ ਤਰ੍ਹਾਂ ਦਾ ਨਹੀਂ ਹੈ ਕਿ ਲੋਕਾਂ ਨੂੰ ਪੁਲਿਸ ਦਾ ਭੈ ਹੋਵੇ। ਹੁਣ ਪੁਲਿਸ ਦੀ ਡਿਊਟੀ ਮੈਂ ਯੂਜੂਅਲੀ ਕੀ ਦੇਖਦਾ, ਜਿਹੜਾ ਐਕਟ ਕਰਨ ਵਾਲਾ ਬੰਦਾ, ਜਿਹੜਾ ਵਾਕਾ ਕਰਨ ਵਾਲਾ ਬੰਦਾ, ਉਹ ਆਰਾਮ ਨਾਲ ਆਪਣਾ ਵਾਕਾ ਕਰਕੇ ਚਲਾ ਜਾਂਦਾ, ਭਾਵੇਂ ਲੁੱਟ-ਖੋਹ ਦਾ ਹੈਗਾ, ਭਾਵੇਂ ਕਿਸੇ ਨੂੰ ਮਾਰਨ ਦਾ ਹੈਗਾ, ਫਿਜ਼ੀਕਲ ਇੰਜਰੀ ਦਾ ਹੈਗਾ। ਪੁਲਿਸ ਦਾ ਕੰਮ ਬਾਅਦ ਵਿੱਚ ਜਾ ਕੇ ਜਿਹੜੀ ਪੋਸਟ ਐਕਟ ਪੁਲਿਸਿੰਗ ਹੈਗੀ ਆ, ਜਿਹੜੀ ਇੱਕ ਤਰੀਕੇ ਦੀ ਫਾਰਮੈਲਿਟੀ ਹੈਗੀ ਆ, ਉਹਦੇ ਵਿੱਚ ਉਹ ਸਾਰਾ ਰਿਪੋਰਟ ਲਿਖਣੀ, ਹੋਰ ਕਰਨਾ, ਲੱਭਣਾ-ਲੁੱਭਣਾ ਉਹਦੇ 'ਚ ਪੈ ਜਾਂਦੀ ਹੈ, ਲੇਕਿਨ ਪ੍ਰੀਵੈਂਟਿਵ ਨਹੀਂ ਹੈ। ਪ੍ਰੀਵੈਂਟਿਵ ਪੁਲਿਸਿੰਗ ਦੇਰ ਤੱਕ ਨਹੀਂ ਹੋਏਗੀ, ਕ੍ਰਾਈਮ ਰੇਟ ਨੀਚੇ ਨਹੀਂ ਆਏਗਾ। ਜੇ ਲਾਅ ਐਂਡ ਆਰਡਰ ਸਾਡਾ ਨਹੀਂ ਵਧੀਆ ਸਾਬਤ ਹੋਏਗਾ, ਇਨਵੈਸਟਮੈਂਟ ਸਾਨੂੰ ਨਹੀਂ ਮਿਲੇਗੀ ਤੇ ਪੰਜਾਬ ਜਿਸ ਘੁੰਮਣ ਘੇਰੀ ਦੇ ਵਿੱਚੋਂ ਪਿਆ ਹੋਇਆ, ਇਸ ਨੂੰ ਬ੍ਰੇਕ ਕਰਨ ਦਾ ਰਾਹ ਜਲਦੀ ਕਿਸੇ ਵੀ ਸਰਕਾਰ ਨੂੰ ਨਹੀਂ ਮਿਲਣਾ। ਇਹਦੇ ਵਿੱਚ ਸਰਕਾਰ, ਐਜੂਕੇਸ਼ਨਿਸਟ, ਮਾਹਰ ਲੋਕ ਔਰ ਜਿਹੜੇ ਸਾਡੀ ਬਿਊਰੋਕ੍ਰੇਸੀ ਆ, ਪੁਲਿਸ ਬਿਊਰੋਕ੍ਰੇਸੀ ਆ, ਖਾਸ ਤੌਰ ਦੇ ਉੱਤੇ ਲੋਕ। ਜੇ ਮੈਂ ਆਪਣਾ ਸੁਧਾਰ ਕਰਨਾ ਚਾਹੁੰਦਾ ਤਾਂ ਮੈਨੂੰ ਵੀ ਸਰਕਾਰ ਦਾ ਸਹਿਯੋਗ ਕਰਨਾ ਪਏਗਾ। ਇਹ ਸਾਰੀਆਂ ਚੀਜ਼ਾਂ ਰਲ ਕੇ ਅਸੀਂ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੁਝ ਬਾਹਰ ਕੱਢਣ ਦੀ ਉਮੀਦ ਰੱਖ ਸਕਦੇ ਹਾਂ। ਅਦਰਵਾਈਜ਼ ਜੇ ਅਸੀਂ ਇਕੱਲੀਆਂ ਸਰਕਾਰਾਂ ਦੇ ਉੱਤੇ ਨਿਰਭਰ ਕਰਾਂਗੇ, ਸਰਕਾਰਾਂ ਵੀ ਸਾਨੂੰ ਹੀ ਦੇਖ ਰਹੀਆਂ ਨੇ ਵੀ ਸਾਨੂੰ ਰਿਸਪੌਂਡ ਕਰਨ, ਸਾਡੇ ਪ੍ਰਤੀ ਕੋਈ ਹੁੰਗਾਰਾ ਦੇਣ। ਤੋ ਇਹ ਨਹੀਂ ਹੈਗਾ ਕਿ ਅਸੀਂ ਸਰਕਾਰ ਨੂੰ ਇਲੈਕਟ ਕਰ ਲਿਆ ਤੇ ਉਸ ਤੋਂ ਬਾਅਦ ਜਾ ਕੇ ਸੌਂ ਗਏ ਵੀ ਹੁਣ ਸਰਕਾਰ ਦਾ ਕੰਮ ਆ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਸੁਸਾਇਟੀ ਤੇ ਸਟੇਟ ਇਹ ਦੋਨੇ ਰਲ ਕੇ ਚੱਲਦੇ। ਇਸ ਲਈ ਜਿਹੜਾ ਹੈਗਾ ਉਮੀਦ ਇਹੀ ਆ ਕਿ ਸਟੇਟ ਜਿਹਦੀ ਮਰਜ਼ੀ ਪਾਰਟੀ ਦੇ ਕੋਲੇ ਸਟੇਟ ਹੋਵੇ, ਸਟੇਟ ਤੇ ਸੁਸਾਇਟੀ ਦੋਨੇ ਇੱਕ ਦੂਜੇ ਨੂੰ ਕੋਆਪਰੇਟਿਵ ਜਿਹੜਾ ਹੈਗਾ ਮਾਡਲ ਦੇ ਉੱਤੇ ਚੱਲਣ, ਤਾਂ ਜਿਹੜਾ ਹੈਗਾ ਉਹ ਚਾਹੇ ਆਰਥਿਕ ਹੈ, ਚਾਹੇ ਸਮਾਜਿਕ ਆ, ਚਾਹੇ ਕੋਈ ਨਸ਼ਿਆਂ ਦਾ, ਚਾਹੇ ਲਾਅ ਐਂਡ ਆਰਡਰ ਦਾ, ਤਾਂ ਅਸੀਂ ਉਸ ਦੇ ਵਿੱਚ ਕੋਈ ਉਮੀਦ ਰੱਖ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਜਿਹੜਾ ਹੈਗਾ ਉਹ ਉਜਵਲ ਹੋ ਸਕਦਾ। ਸੁਖਵਿੰਦਰ ਜੀ, ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਪ੍ਰੋਫੈਸਰ ਜਗਮੋਹਨ ਸਿੰਘ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।